ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਪੀਐਨਓ ਮੀਡੀਆ ਗਰੁੱਪ ਦੇ ਪੇਜ ਤੋਂ ਤੇ ਆਪਣੇ ਪੇਜ ਸੁਖਨੈਪ ਸਿੰਘ ਸਿੱਧੂ ਤੋਂ ਬੋਲਡ ਵੌਇਸ ਦੇ ਨਾਲ ਸ਼ਾਮਲ ਹਾਂ। ਹਫ਼ਤਾਵਾਰੀ ਸਾਡਾ ਇਹ ਪ੍ਰੋਗਰਾਮ ਹੈ। ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ, ਜਿਨ੍ਹਾਂ ਨੂੰ ਸੱਚੀ ਦਿਲੋਂ ਸਰਦਾਰ ਕਹਿਣ ਨੂੰ ਜੀ ਕਰਦਾ ਹੈ, ਉਹਨਾਂ ਦੇ ਨਾਲ ਆਪਾਂ ਸਾਂਝ ਪਾਉਣੇ ਆ, ਕਿਉਂਕਿ ਸਰਦਾਰੀ ਦੇ ਵਾਸਤੇ ਉਹਨਾਂ ਨੇ ਬਹੁਤ ਕੁਛ ਕੀਤਾ। ਸਰਦਾਰੀ ਕਾਇਮ ਰੱਖਣ ਦੇ ਵਾਸਤੇ ਅਕਸਰ ਹੀ ਬੜਾ ਕੁਛ ਕਰਨਾ ਪੈ ਜਾਂਦਾ ਤੇ ਅੱਜ ਉਹਨਾਂ ਦੇ ਨਾਲ ਆਪਾਂ ਕੁਛ ਪੱਖ ਦੇ ਮਸਲਿਆਂ ਤੇ ਗੱਲ ਕਰਾਂਗੇ। ਵੈਸੇ ਤਾਂ ਸ਼ੁੱਕਰਵਾਰ ਵਾਲੇ ਦਿਨ ਕਰਦੇ ਹੁੰਦੇ ਆ, ਪਰ ਅੱਜ ਕੈਨੇਡਾ 'ਚ ਸ਼ੁੱਕਰਵਾਰ ਜਾ ਰਿਹਾ, ਕੱਲ ਸਾਡੇ ਰੁਝੇਵੇਂ ਸੀ, ਇਸ ਕਰਕੇ ਅੱਜ ਅਸੀਂ ਤੁਹਾਡੇ ਨਾਲ ਜੁੜੇ। ਗਿੱਲ ਸਾਹਿਬ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਮਿਹਰਬਾਨੀ ਜੀ, ਤੁਸੀਂ ਜੁੜੇ ਹੋ। ਤੇ ਵੈਸੇ ਵੀ ਆਪਣੀ ਕੌਮ ਦੇ ਵਿੱਚ ਇੱਕ ਵਧੀਆ ਗੱਲ ਹੁੰਦੀ ਹੈ ਕਿ ਮਿਲ ਕੇ ਬੈਠ ਕੇ ਕੋਈ ਨਾ ਕੋਈ ਵਿਚਾਰ ਵਟਾਂਦਰਾ ਹੋਵੇ। ਬਾਬੇ ਨਾਨਕ ਦੀ ਜਦੋਂ ਗੱਲ ਆਉਂਦੀ ਹੈ, ਗੁਰੂ ਨਾਨਕ ਦੇਵ ਜੀ ਦੀ, ਤਾਂ ਫਿਰ ਉਹਨਾਂ ਨੇ ਸਿੱਧ ਗੋਸ਼ਟ ਕੀਤੀ, ਤਰਕ ਦੇ ਨਾਲ ਜਵਾਬ ਦਿੱਤੇ, ਬਾਦਲੀ ਜਵਾਬ ਦਿੱਤੇ, ਕਾਫੀ ਕੁਛ ਨਿਕਲਦਾ। ਹੌਲੀ ਹੌਲੀ ਗੱਲ ਅੱਗੇ ਚੱਲਦੀ ਹੈ, ਸੰਵਾਦ ਤੱਕ ਪਹੁੰਚਦੀ ਹੈ। ਤੇ ਫਿਰ ਅੱਜ ਦੀ ਗੱਲ ਹੈ ਜਿਹੜੀ ਕਿ ਸਿੱਖ ਕੌਮ ਇਕੱਠੀ ਨਹੀਂ ਹੋ ਸਕਦੀ, ਪਰ ਜਦੋਂ ਕਿਤੇ ਇਕੱਠੀ ਹੁੰਦੀ ਹੈ ਉਦੋਂ ਵਿਚਾਰ ਵਟਾਂਦਰੇ ਹੁੰਦੇ ਆ। ਸਰਬੱਤ ਖਾਲਸਾ ਸੱਦਿਆ ਜਾਂਦਾ। ਕਈ ਜਿਹੜੇ ਆ ਗੁਰਮਤੇ ਸੋਧੇ ਜਾਂਦੇ ਨੇ। ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਵੀ ਪੰਥਕ ਇਕੱਠ ਹੋਇਆ। ਬੀਤੇ ਦਿਨਾਂ 'ਚ ਇੱਕ ਮੀਟਿੰਗ ਹੋਈ ਸੀ, ਇੱਕ 19 ਤਰੀਕ ਨੂੰ ਹੋਈ ਹੈ, ਪਰ ਨਾਲ ਹੀ ਸਵਾਲ ਜੇ ਵੀ ਖੜੇ ਹੋਣ ਲੱਗੇ ਨੇ। ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਿਆ? ਜਿਹੜਾ ਨਾ ਹੁਣ ਸਿੱਖ ਕੌਮ ਅੱਗੇ ਜਿਸ ਤਰ੍ਹਾਂ ਜੀਵ ਕਤਲ ਕੇਸ ਦੇ ਵਿੱਚ ਪਰਾਰੀ ਵਲਨ ਦੀ ਰਿਹਾਈ ਹੋਈ ਹੈ ਸੁਪਰੀਮ ਕੋਰਟ ਵੱਲੋਂ, ਉਹਨਾਂ ਨੇ ਆਪਣੀਆਂ ਬੜੀਆਂ ਰੇਅਰਲੀ ਵਰਤੀ ਜਾਂਦੀਆਂ ਧਾਰਾਵਾਂ ਆਰਟੀਕਲ 142 ਥੱਲੇ ਉਹਨਾਂ ਨੇ ਡਾਇਰੈਕਟਲੀ ਸਰਪਾਸ ਕੀਤਾ ਹੈਗਾ ਗਵਰਨਮੈਂਟ ਅਥਾਰਟੀ ਤੇ ਆਪਣੇ ਆਰਡਰ ਰਾਹੀਂ ਉਹਦੀ ਰਿਲੀਜ਼ ਕੀਤੀ। ਉਹ 31 ਸਾਲਾਂ ਬਾਅਦ ਰਿਹਾ ਹੋ ਕੇ ਆਇਆ। ਇਮੀਡੀਏਟਲੀ ਉਹਨੂੰ ਤਾਮਿਲਨਾਡੂ ਦੇ ਚੀਫ ਮਿਨਿਸਟਰ ਨੇ ਉਹਨੂੰ ਵੈਲਕਮ ਕੀਤਾ, ਉਹਨੂੰ ਮਿਲਿਆ, ਉਹਦੇ ਪਰਿਵਾਰ ਨੂੰ ਮਿਲਿਆ, ਉਹਨੇ ਵੀ ਵੈਲਕਮ ਕੀਤਾ ਗਵਰਨਮੈਂਟ ਦਾ। ਇੱਥੋਂ ਤੱਕ ਕਿ ਜਿਹੜੇ ਜਸਟਿਸ ਕੇ.ਟੀ. ਥਾਮਸ ਉਹ ਕੇਰਲਾ ਦੇ ਨੇ, ਜਿਨ੍ਹਾਂ ਨੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀ, ਉਹਨਾਂ ਨੇ ਵੀ ਉਹਨੂੰ ਆਪਣੇ ਅਖਬਾਰ ਦੇ ਬਿਆਨ ਰਾਹੀਂ ਕਿਹਾ ਕਿ ਮੈਨੂੰ ਆ ਕੇ ਉਹ ਜ਼ਰੂਰ ਮਿਲੇ ਜੀ, ਮੈਂ ਉਹਨੂੰ ਮਿਲਣਾ ਚਾਹੂੰਗਾ ਤੇ ਮੈਂ ਉਹਨੂੰ ਗੁੱਡ ਲੱਕ ਕਹਿਣਾ ਚਾਹੂੰਗਾ, ਸ਼ੁਭ ਕਾਮਨਾਵਾਂ ਦਊਂਗਾ ਜੀ। ਇਹ ਰਿਹਾਈ ਤਾਂ ਸੰਭਵ ਹੋਈ ਆ ਕਿ ਇਸ ਚੀਜ਼ ਦੇ ਨਾਲ ਤਾਮਿਲ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਜੋੜੀਆਂ ਜੀ। ਉਹਨਾਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਤਾਮਿਲਨਾਡੂ ਗਵਰਨਮੈਂਟ ਨੇ ਸਿਰ ਤੋੜ ਕੇ ਯਤਨ ਕੀਤੇ ਜੀ ਇਸ ਚੀਜ਼ ਨੂੰ ਇਸ ਅੰਜਾਮ ਤੇ ਲੈ ਕੇ ਆਏ। ਉਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਸਿੱਖ ਕੌਮ ਵਿੱਚ ਮੌਜੂਦ ਨਹੀਂ ਹੈਗੀਆਂ। ਇਹ ਇੱਕ ਵਿਚਾਰੇ ਜਿਹੜੇ ਪਰਿਵਾਰਾਂ ਦੇ ਬੰਦੇ ਅੰਦਰ ਨੇ, ਉਹਨਾਂ ਦੇ ਦਰਦ ਉਹੀ ਸਮਝਦੇ ਨੇ ਜਿਹੜੇ ਪ੍ਰਗਟਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ, ਜਾਂ ਜਦੋਂ ਅਕਾਲੀ ਦਲ ਗਵਰਨਮੈਂਟ ਆਪ ਸਰਕਾਰ ਚਲਾ ਰਹੀ ਸੀ ਉਦੋਂ ਇਹਨਾਂ ਕੋਲੇ ਉਹ ਤਾਮਿਲਾਂ ਵਾਲੀਆਂ ਭਾਵਨਾਵਾਂ ਨਹੀਂ ਸੀ। ਇਹ ਜਿਹੜੇ ਸੰਜੀਦਗੀ ਵਾਲੇ ਮੁੱਦੇ ਹੁੰਦੇ ਆ, ਇਹ ਧਾਰਮਿਕ ਮੁੱਦੇ ਨਹੀਂ ਹੁੰਦੇ, ਇਹ ਸੋਸ਼ਲ ਇਸ਼ੂਜ਼ ਨੇ, ਪੋਲੀਟੀਕਲ ਇਸ਼ੂਜ਼ ਨੇ, ਇਹ ਲੀਗਲ ਇਸ਼ੂਜ਼ ਨੇ, ਜਿਹਦੇ ਰਾਹੀਂ ਜੇ ਆਪਾਂ ਸਕਸੈਸ ਤੇ ਪਹੁੰਚਣਾ ਤਾਂ ਇਹਨਾਂ ਦਾ ਸਮੇਲ ਕਰਨਾ ਹੋਊਗਾ। ਹਰ ਇੱਕ ਚੀਜ਼ ਨੂੰ ਧਰਮ 'ਚ ਨਾ ਬੰਨੋ, ਇਸ ਚੀਜ਼ ਨੂੰ ਪੋਲੀਟੀਕਲ ਸਪੇਸ 'ਚ ਲੈ ਕੇ ਆਓ, ਪਰ ਇਹ ਜ਼ਰੂਰ ਪ੍ਰਗਟਾਵਾ ਕਰੋ ਕਿ ਜਦੋਂ ਸਾਡੇ ਕੋਲੇ ਪਾਵਰ ਸੀ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਹਾਂ, ਜੋ ਕਿ ਸਾਡੀ ਗਲਤੀ ਸੀ। ਤੁਹਾਡੇ ਸਾਹਮਣੇ ਅੱਜ ਕੁੰਵਰ ਵਿਜੇ ਪ੍ਰਤਾਪ ਨੇ ਕੱਲ ਐਡੀ ਵੱਡੀ ਚਿੱਠੀ ਲਿਖੀ ਆ ਚੀਫ ਮਿਨਿਸਟਰ ਪੰਜਾਬ ਨੂੰ, ਉਸੇ ਹੀ ਉਹਦੀ ਹੀ ਪਾਰਟੀ ਦਾ ਚੀਫ ਮਿਨਿਸਟਰ ਆ। ਉਹਨੇ ਬਹਿਬਲ ਕਲਾਂ ਤੇ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੇ ਕੋਟਕਪੂਰਾ ਤੇ ਬਗਰਾੜੀ ਦੇ ਇਸ਼ੂ ਨੂੰ ਬਹੁਤ ਉਠਾਇਆ। ਉਹ ਕਹਿੰਦਾ ਕਿ ਮੇਰੀ ਸਰਕਾਰ ਇਸ ਪ੍ਰਤੀ ਸੰਜੀਦਗੀ ਨਹੀਂ ਹੈਗੀ, ਨਾ ਮੈਨੂੰ SIT ਤੇ ਵਿਸ਼ਵਾਸ ਆ। ਜੋ ਕੁਛ ਹੋ ਰਿਹਾ, ਜਦੋਂ ਇਹ ਕੇਸ ਕੱਲ ਕੋਰਟ 'ਚ ਵੀ ਜਾਂ ਕਿਤੇ ਆਉਂਦਾ, ਜਿਹੜੀ ਇਹਦੀ ਪੈਰਵਾਈ ਹੈ ਡਿਸਟ੍ਰਿਕਟ ਕੋਰਟ ਵਿੱਚ, ਹਾਈ ਕੋਰਟ ਲੈਵਲ ਤੇ, ਉਹ ਠੀਕ ਨਹੀਂ ਹੋਈ ਜੀ। ਉਹ ਵੀ ਜਿਹੜੀ ਫਾਲ ਆਊਟ ਆ ਉਹ ਵੀ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਦੀ ਆ, ਜਿਹਨੂੰ 8 ਸਾਲ ਚੱਲਿਆ ਜੀ। ਐਂਡ ਇਟਸ ਅ ਰੀਅਲ ਟਰਬਲਿੰਗ ਇਸ਼ੂ। ਇਸੇ ਤਰ੍ਹਾਂ ਬੰਦੀ ਸਿੱਖਾਂ ਬਾਰੇ ਜਿਹੜਾ ਇਹਨਾਂ ਨੇ ਪਹਿਲੇ May 11 ਨੂੰ ਇਕੱਠ ਸੱਦਿਆ ਸੀਗਾ, ਮਤਲਬ ਕਿ ਸਮੁੰਦਰੀ ਹਾਲ ਦੇ ਵਿੱਚ, ਵਧੀਆ ਗੱਲ ਆ, ਬਹੁਤ ਚੰਗੀ ਉਪਰਾਲਾ ਸੀਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਦਾਇਤ ਦਿੱਤੀ ਸੀ, ਪਰ ਮੇਰਾ ਖਿਆਲ ਹਦਾਇਤਾਂ ਦੇਣ ਦਾ ਸਮਾਂ ਲੰਘ ਗਿਆ। ਉਹਨਾਂ ਨੂੰ ਆਪ ਆ ਕੇ ਬੈਠਣਾ ਚਾਹੀਦਾ ਸੀ, ਆਪ ਅਗਵਾਈ ਲੈਣੀ ਚਾਹੀਦੀ ਸੀ, ਸਾਰੇ ਮਸਲੇ ਪ੍ਰਤੀ ਉਹਨਾਂ ਨੂੰ ਜਾਣਕਾਰੀ ਰੱਖਣੀ ਚਾਹੀਦੀ ਸੀ। ਜੇ ਰਾਜੀਵ ਗਾਂਧੀ ਕਤਲ ਕੇਸ 'ਚੋਂ ਬੰਦਾ ਬਾਹਰ ਆ ਸਕਦਾ, ਪ੍ਰਤਾਪ ਸਿੰਘ ਕੈਰੋਂ ਦੇ ਕਤਲ ਕੇਸ ਵਿੱਚੋਂ ਬੰਦਾ ਬਾਹਰ ਆ ਸਕਦਾ,
ਮਹਾਤਮਾ ਗਾਂਧੀ ਦੇ ਕਤਲ ਕੇਸ ਵਿੱਚੋਂ ਨੱਥੂ ਰਾਮ ਗੋਡਸੇ ਦੇ ਭਰਾ ਤੇ ਉਹਦੇ ਹੋਰ ਸਾਥੀ ਉਹ ਰਿਹਾ ਹੋ ਸਕਦੇ ਉਮਰ ਕੈਦ 14 ਸਾਲ ਤੋਂ ਬਾਅਦ, ਤਾਂ ਮੇਰਾ ਨਹੀਂ ਖਿਆਲ ਕੋਈ ਇਦਾਂ ਦਾ ਕਾਰਨ ਹੈ ਕਿ ਸਿੱਖ ਬੰਦੀ ਰਿਹਾ ਨਾ ਹੋ ਸਕਣ। ਪਰ ਉਹ ਤਾਂ ਸੰਭਵ ਹੋਊਗਾ ਜੇ ਕੋਈ ਜਮਾਤ ਜਿਹੜੀ ਉਹਨਾਂ ਦੀ ਕਹਿ ਰਹੀ ਹੈ ਵੀ ਅਸੀਂ ਪੈਰਵਾਈ ਕਰਾਂਗੇ, ਉਹ ਸੰਜੀਦਗੀ ਹੋਣਗੇ। ਇਹਨਾਂ ਬਾਰੇ ਮੈਂ ਕੋਈ ਛੋਟੀ ਜੀ ਟਿੱਪਣੀ ਕਰੂੰਗਾ जी। उन चिरागों से क्या गिला करे हम जी, क्योंकि उन्हां चिरागां विच तेल ही बहुत घट आ। साडा दोष हैगा हवा ते भी शायद हवा ही साडे चिरागां नूं जलण दिंदी, हवा नहीं रोकदी चिरागां नूं जलण लई, हवावां तां चलदियां रहणीਆਂ ने। ਇਹ ਸਾਡੇ चिरागां विच तेल ही घट आ क्योंकि ਉਹਦੇ ਵਿੱਚ ਬਹੁਤ ਖਾਮੀਆਂ ਆਈਆਂ ਟਾਈਮ ਨਾਲ। ਇਹੀ SGPC ਨੇ 2016 ਵਿੱਚ ਇੰਡੀਅਨ ਪਾਰਲੀਮੈਂਟ ਨੂੰ ਥਰੂ ਅਕਾਲੀ ਦਲ ਵਿਦ ਦੀ ਸਪੋਰਟ ਆਫ ਭਾਰਤੀ ਜਨਤਾ ਪਾਰਟੀ ਇਹਨਾਂ ਨੇ ਅਮੈਂਡਮੈਂਟ ਲਿਆਂਦੀ ਸਿੱਖ ਗੁਰਦੁਆਰਾ ਐਕਟ 1925 ਵਿੱਚ ਜੀ। ਜਦੋਂ 2011 ਦਾ ਸੈਂਸਸ ਹੋਇਆ ਸੀ, ਨੈਸ਼ਨਲ ਸੈਂਸਸ, ਤਾਂ ਪੰਜਾਬ ਵਿੱਚ 24 ਮਿਲੀਅਨ ਦੱਸਿਆ ਗਿਆ ਸੀ ਕਿ ਇੰਨੀ ਵਸੋਂ, ਉਹਦੇ ਚ 14 ਮਿਲੀਅਨ ਸਿੱਖਸ ਨੇ। 14 ਮਿਲੀਅਨ ਵਿੱਚੋਂ 5.5 ਮਿਲੀਅਨ ਸਿੱਖ ਜਿਹੜੇ ਨੇ ਉਹਨਾਂ ਨੂੰ ਹੀ ਸਿਰਫ SGPC ਸਿੱਖ ਮੰਨਦੀ ਆ। ਜਿਹੜਾ 9 ਮਿਲੀਅਨ ਪਲੱਸ ਸਿੱਖਸ ਨੇ ਸਾਡੇ ਵਰਗੇ ਜਾਂ ਤੇਰੇ ਆਪਾਂ ਨੂੰ ਇਹ ਸਿੱਖ ਹੀ ਨਹੀਂ ਮੰਨਦੇ। ਇਹਨਾਂ ਨੇ ਪਾਰਲੀਮੈਂਟ ਤੋਂ ਅਮੈਂਡਮੈਂਟ ਲੈ ਕੇ ਆਂਦੀ, ਲਾਅ ਬਣਾ ਲਿਆ। ਕਾਹਦੇ ਲਈ ਬਣਾਇਆ? ਕਿਉਂਕਿ 1999 ਤੋਂ ਜਦੋਂ ਦਾ ਬਾਦਲ ਪਰਿਵਾਰ ਦਾ ਦਬਦਬਾ ਕੰਪਲੀਟਲੀ ਵਧਿਆ ਸਿੱਖ ਅਫੇਅਰਸ ਦੇ ਵਿੱਚ, ਸਿੱਖ ਇੰਸਟੀਟਿਊਸ਼ਨਸ ਦੇ ਵਿੱਚ, ਇਹਨਾਂ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਇੱਕ ਰਾਹ ਚੁਣਿਆ ਸੀ, ਉਹਨਾਂ ਨੇ ਇੱਕ ਫੋਕ ਲੋਰ ਕ੍ਰੀਏਟ ਕੀਤੀ ਸੀ, ਇੱਕ ਲੋਕ ਗਾਥਾ ਕ੍ਰੀਏਟ ਕੀਤੀ ਸੀ, ਸਮਾਜਿਕ ਲਹਿਰ ਪੈਦਾ ਕੀਤੀ ਸੀ। ਉਸ ਤਰ੍ਹਾਂ ਸਿੱਖ ਧਰਮ ਸ਼ੁਰੂ ਹੋਇਆ ਸੀ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੇ ਆ ਕੇ ਉਸ ਨੂੰ ਇੱਕ ਆਰਗੇਨਾਈਜ਼ਡ ਸਿੱਖ ਰਿਲੀਜਨ ਦੀ ਸ਼ੇਪ ਦਿੱਤੀ ਜੀ। ਪਰ ਕਿਸੇ ਵੀ ਥਾਂ ਤੇ ਇਹ ਲਿਖਿਆ ਨਹੀਂ ਸੀ ਗਿਆ ਕਿ ਜਿਹੜਾ ਮੈਂ ਖਾਲਸਾ ਸਾਜ ਰਿਹਾ ਇਹੀ ਸਿੱਖ ਹੋਊਗਾ, ਜਿਹੜਾ ਉਸ ਅੰਮ੍ਰਿਤ ਤੇ ਕੱਚ ਕਿਰਪਾਨ ਵਿੱਚ ਯਕੀਨ ਨਹੀਂ ਰੱਖਦਾ ਉਹ ਸਿੱਖ ਨਹੀਂ ਹੋਊਗਾ। ਇਹਨਾਂ ਨੇ ਪਰਿਭਾਸ਼ਾ ਘਟੀਆਂ ਨੇ। ਈਵਨ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਉਹਨਾਂ ਨੇ ਬੜਾ ਸਪੈਸੀਫਿਕਲੀ ਇਸ ਚੀਜ਼ ਬਾਰੇ ਸੋਚ ਵਿਚਾਰ ਕੇ ਲਿਖਿਆ ਕਿ ਜਿਹੜੇ ਸਿੱਖਸ ਸਹਿਜਧਾਰੀ ਸਿੱਖਸ ਨੇ ਉਹ ਇੱਕ ਲਿਬਰਲ ਥਾਟ ਦਾ ਪ੍ਰਗਟਾਵਾ ਨੇ। ਉਹ ਭਾਵੇਂ ਠੀਕ ਆ ਤੇ ਇੰਟੈਗਰਲ ਪਾਰਟ ਨੇ ਸਿੱਖ ਕਮਿਊਨਿਟੀ ਦਾ। ਹਾਂ, ਇਹ ਜ਼ਰੂਰ ਹੈ ਕਿ ਉਹ ਅੰਮ੍ਰਿਤ ਤੇ ਕੱਚ ਕਿਰਪਾਨ ਵਿੱਚ ਉਸ ਤਰ੍ਹਾਂ ਉਹ ਹੈ ਨਹੀਂ ਕਿ ਉਹਨਾਂ ਦਾ ਯਕੀਨ ਨਹੀਂ ਹੈਗਾ, ਪਰ ਉਹ ਸਿੱਖ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤੇ ਹੋਰ ਕਿਸੇ ਰਿਲੀਜਨ ਨੂੰ ਨਹੀਂ ਮੰਨਦੇ। ਸਹੀ। ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੀਆਂ, ਜਦੋਂ 1999 ਵਿੱਚ ਸਰਦਾਰ ਗੁਰਚਰਨ ਸਿੰਘ ਤੌੜਾ ਨੂੰ ਇਹਨਾਂ ਨੇ ਪਰੇ ਕੀਤਾ ਬਾਦਲ ਪਰਿਵਾਰ ਨੇ, ਉਦੋਂ ਜਿਹੜੀ ਸਿੱਖ ਰਿਲੀਜਨ ਸੀਗਾ ਉਦੋਂ ਉਹਨੂੰ ਇੱਕ ਕਾਰਪੋਰੇਟ ਆਰਗੇਨਾਈਜ਼ਡ ਸਿੱਖ ਰਿਲੀਜਨ ਦੀ ਇਹਨਾਂ ਨੇ ਸ਼ੇਪ ਦਿੱਤੀ ਆ, ਜਿਹਦਾ ਖਮਾਜਾ ਹੁਣੇ ਭੁਗਤ ਰਹੇ ਆ। ਜਿਹੜੀ May 19 ਦੀ ਮੀਟਿੰਗ ਸੀ, ਉਸ ਵਿੱਚ ਇੱਕ ਦਾਦੂਵਾਲ ਵਰਗਾ ਸਿੰਪਲ ਜਿਹਾ ਪ੍ਰਚਾਰਕ, ਜਿਹਦੀ ਕੋਈ ਸਿੱਖ ਕੌਮ ਨੂੰ ਦੇਣ ਨਹੀਂ ਹੈਗੀ ਅੱਜ ਤੱਕ, ਸਵਾਏ ਵੱਡੇ ਵੱਡੇ ਲੈਕਚਰ ਲੱਛੇਦਾਰ ਗੱਲਾਂ ਕਰਨ ਤੋਂ, ਉਹ ਇੱਕ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਕਿ ਇਹਨੂੰ ਮੀਟਿੰਗ ਚੋਂ ਬਾਹਰ ਕੱਢੋ। ਉਹ ਵੀ ਉਸ ਸੈਂਸਿਟਿਵ ਇਸ਼ੂ ਤੇ ਜਿਸ ਨੂੰ ਵਿਚਾਰਨ ਲਈ ਉਹ ਬੈਠੇ ਆ। ਤਾਂ ਹੀ ਮੈਂ ਕਹਿੰਦਾ ਕਿ ਇਹ ਚਿਰਾਗਾਂ 'ਚ ਤੇਲ ਘੱਟ ਆ, ਇਹ ਗਿਲਾ ਕਰਦੇ ਹਵਾਵਾਂ ਤੇ ਕਿ ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ। ਉਹ ਸੁਣਨਗੀਆਂ ਤਾਂ ਜੇ ਤੁਹਾਡੇ ਕੋਲੇ ਤੁਹਾਡੇ ਚਿਰਾਗਾਂ 'ਚ ਤੇਲ ਹੋਊਗਾ। ਤੁਸੀਂ ਨਾ ਸਿੱਖ ਸੰਘਰਸ਼ ਦੇਖਿਆ, ਨਾ ਤੁਹਾਨੂੰ ਪਤਾ ਵੀ ਸਿੱਖ ਭਾਵਨਾਵਾਂ ਕੀ ਕਹਿੰਦੀਆਂ ਨੇ। ਤੁਸੀਂ ਉਸ ਥਾਂ ਤੇ ਬੈਠੇ ਆ ਜਿਨ੍ਹਾਂ ਨੇ 9 ਮਿਲੀਅਨ ਪਲੱਸ ਸਿੱਖ ਨੂੰ ਸਿੱਖ ਮੰਨਣ ਤੋਂ ਇਨਕਾਰ ਕਰਤਾ ਜੀ। ਨਾਲੇ ਗਿੱਲ ਸਾਹਿਬ, ਇੱਕ ਗੱਲ ਹੋਰ ਬੜੀ ਅਹਿਮ ਆ ਕਿ ਜਿੰਨੇ ਵੀ ਪੰਥ ਦੋਖੀ ਲੋਕ ਕਹੇ ਜਾਂਦੇ ਆ, ਜੇ ਉਹਨਾਂ ਨੂੰ ਗੱਡੀ ਚਾੜਿਆ, ਉਹੀ ਸ਼ਬਦਾਂ 'ਚ ਮੈਂ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਸਹਿਜਧਾਰੀਆਂ ਦਾ ਵੱਡਾ ਰੋਲ ਸੀਗਾ। ਬਹੁਤ ਸਾਰੇ ਕੇਸਿਸ ਨੇ ਤੇ ਇੱਕ ਜਦੋਂ ਤਾਂ ਕੋਈ ਵੱਡਾ ਘਟਨਾਕ੍ਰਮ ਅੰਜਾਮ ਦੇ ਦਿੰਦੇ ਉਦੋਂ ਤਾਂ ਉਹ ਹੀਰੋ ਨੇ, ਤੇ ਨਹੀਂ ਤਾਂ ਫਿਰ ਇਹ ਹੈ ਕਿ ਤੇਰੀ ਦਾੜੀ ਕੱਟੀ ਹੈ, ਤੇਰੀਆਂ ਮੁੱਛਾਂ ਆ, ਤੇ ਹੋਰ ਉਸ ਤਰ੍ਹਾਂ ਦੇ ਸਵਾਲ ਸਿੱਖ ਕੌਮ ਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕੀ ਖੜੇ ਕਰਦੇ, ਕੋਈ ਬਾਹਰੋਂ ਆ ਕੇ ਨਹੀਂ ਕਰਦਾ। ਇਹ ਸਵਾਲ ਮੇਰੇ ਤੇ ਵੀ ਹੁੰਦੇ, ਮੈਂ ਤਾਂ ਹੀ ਗੱਲ ਕੀਤੀ। ਪਰ ਮੈਂ ਜਦੋਂ 84 ਚ ਇਹਨਾਂ ਨੇ ਇਦਾਂ ਦੇ ਚੋਲੇ ਧਾਰੀਆਂ ਨੇ ਪੱਗਾਂ ਲੁਹਾਈਆਂ ਸੀ ਸਿੱਖਾਂ ਦੀਆਂ,
ਤੁਹਾਡੇ ਇਹਨਾਂ ਦੇ ਨਾਲ ਸਿਰਫ ਐਸਜੀਪੀਸੀ ਪ੍ਰੈਜ਼ੀਡੈਂਟ ਦੇ ਬਿਲਕੁਲ ਖੱਬੇ ਪਾਸੇ ਸਰਦਾਰ ਹਰੀ ਸਿੰਘ ਨਿਹਾਲ ਸਿੰਘ ਹਰੀਆਂ ਵੇਲਾ ਬੈਠਾ ਸੀ। ਇਹ ਉਹੀ ਬਾਬਾ ਹੈਗਾ ਜਿਹਦੇ 84 ਵੇਲੇ ਸਰਕਾਰੀ ਸੇਵਾ ਕਰਕੇ ਅਕਾਲ ਤਖਤ ਸਾਹਿਬ ਨੂੰ ਇੰਦਰਾ ਗਾਂਧੀ ਦੇ ਕਹਿਣ 'ਚ ਬਣਵਾਇਆ ਸੀ। ਇਹ 5 ਸਿੰਘ ਸਾਹਿਬਾਂ ਵਿੱਚੋਂ ਸੀਗਾ। ਜਿਹੜੇ ਗੱਲ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ, ਜਦੋਂ ਇਸੇ ਪਦਵੀ ਤੇ ਇਸੇ ਸੇਵਾਦਾਰੀ ਦੀ ਪੋਜੀਸ਼ਨ 'ਚ ਉਦੋਂ ਜਥੇਦਾਰ ਕਿਰਪਾਲ ਸਿੰਘ ਬੈਠੇ ਸੀ 1984 'ਚ, ਉਹਨਾਂ ਨੇ ਝੂਠ ਬੋਲਿਆ ਸੀ ਜਦੋਂ ਇੰਦਰਾ ਗਾਂਧੀ ਗਈ ਉੱਥੇ ਆਪਣੀ ਪ੍ਰਾਪਤੀ ਤੋਂ ਬਾਅਦ ਵੀ ਮੈਂ ਸਿੱਖਾਂ ਦਾ ਆਸਥਾ ਅੱਜ ਭੰਨਤੀ, ਉਹਨਾਂ ਦੀ ਪ੍ਰਾਈਡ ਭੰਨਤੀ, ਉਹਨਾਂ ਦੀ ਡਿਗਨਿਟੀ ਭੰਨਤੀ, ਉਹਨਾਂ ਦਾ ਮਤਲਬ ਕਿ ਮੈਂ ਇੱਕ ਹਮਲਾਵਾਰ ਰੁੱਖ ਜਿਹੜਾ ਸੀਗਾ ਸਿੱਖਾਂ ਦੀ ਕੌਮ ਵਿੱਚ ਅਣਖ ਸੀ, ਮੈਂ ਤੋੜਤੀ ਅੱਜ। ਉਦੋਂ ਜਿਹੜੇ ਆਈ ਸਿੰਘ ਸਵਾਨ ਉਹਦੇ ਅੱਗੇ ਪਿੱਛੇ ਭੱਜੇ ਫਿਰਦੇ ਸੀ। ਜੇ ਆਹੀ ਕੁਈਨ ਆਫ ਇੰਗਲੈਂਡ ਇਜ਼ਰਾਈਲ ਜਾਵੇ ਨਾ, ਹਜੇ ਤੱਕ ਤਾਂ ਗਈ ਨਹੀਂ ਕਦੀ, ਪ੍ਰਿੰਸ ਜ਼ਰੂਰ ਗਿਆ ਚਾਰਲਸ, ਦੇ ਵਿਲ ਨਾਟ ਬੀ ਵੈਲਕਮਡ। ਲੋਕਾਂ 'ਚ ਅਣਖ ਹੁੰਦੀ ਆ। ਇਹਨਾਂ ਨੇ ਸਾਡੀਆਂ ਅਣਖਾਂ ਮਾਰੀਆਂ, ਸਾਡੇ ਵਿੱਚ ਵੰਡੀਆਂ ਪਾਈਆਂ ਨੇ। ਇਹਨਾਂ ਨੂੰ ਜੇ ਇਸ ਚੀਜ਼ ਬਾਰੇ ਸੰਜੀਦਗਾ ਹੋਣਾ ਤਾਂ ਪਹਿਲੇ ਸੋਸ਼ਲ ਫੈਬਰਿਕ ਬਿਲਟ ਅਪ ਕਰਨਾ ਪਊਗਾ, ਲੋਕਾਂ 'ਚ ਜਾ ਕੇ ਇਮੋਸ਼ਨਸ ਤਾਮਲਾਵਾਂ ਨੂੰ ਕ੍ਰੀਏਟ ਕਰਨ, ਇਹ ਚੀਜ਼ ਡਿਫਾਈਨ ਕਰਨ ਕਿ ਕੀ ਸਿੱਖ ਰਿਲੀਜਨ ਨੂੰ ਰਿਚੁਅਲਸ ਅਤਰ ਫਲੇਲਾਂ ਨਾਲ ਹੀ, ਜਿਹੜੀ ਬਨਾਵਟੀ ਅਤਰ ਫਲੇਲਾਂ, ਉਹਦੇ ਨਾਲ ਸਿਰਜਿਆ ਜਾ ਸਕਦਾ ਜਾਂ ਕਿਸੇ ਵੈਲਿਊਜ਼ ਬੇਸ ਦੇ ਨਾਲ ਆਪਾਂ ਨੂੰ ਸਿਰਜਿਆ ਜਾ ਸਕਦਾ। ਸਰਦਾਰ ਭੋਲਾ ਸਿੰਘ ਗਿਲਪੱਤੀ ਹੈ, ਖੁਦ ਵੀ ਸਿੱਖ ਸੰਘਰਸ਼ ਦੇ ਨਾਲ ਰਹੇ ਨੇ, ਤੇ ਸਵਾਲ ਉਹਨਾਂ ਦਾ ਸਾਹਮਣੇ ਆ ਕਿ ਅੱਖ ਮਾਰ ਕੇ ਮਤਾ ਪਾਸ ਕੀਤਾ ਜਾਂਦਾ ਜਿਹੜਾ, ਇਹਨੂੰ ਕਿਵੇਂ ਦੇਖਦੇ? ਇਹ ਹੈ ਨਾ ਵੀ ਜਦ ਇਹਨਾਂ ਨੇ ਸਿੱਖਾਂ ਦਾ, ਮੈਂ ਤੁਹਾਨੂੰ ਕਹਿਣਾ ਵੀ ਤੇਲ ਇਹ ਲੱਭ ਰਿਹਾ ਆਸ਼ਕੀ ਮਸ਼ੂਕੀ ਚੋਂ, ਕਿਉਂਕਿ ਟਵਿੰਕਿੰਗ ਆਫ ਦਾ ਜਿਹੜਾ ਆਈਸ ਹੁੰਦਾ ਨਾ, ਇੱਕ ਰੋਮਾਂਸ ਨਾਲ ਜੁੜਿਆ ਹੋਇਆ ਮੁੱਦਾ, ਉੱਥੇ ਕੋਈ ਰੋਮਾਂਸ ਵਿਚਾਰਨ ਨਹੀਂ ਸੀ ਗਏ, ਇੱਕ ਸੀਰੀਅਸ ਮੁੱਦਾ ਲੈ ਕੇ ਗਏ ਸੀ। ਜਦੋਂ ਮੀਟਿੰਗ ਚੱਲੀ, ਮੈਂ ਬੈਟ ਕਰਦਾ ਕਿ ਇਹਨਾਂ ਨੇ ਰਾਜੀਵ ਗਾਂਧੀ ਵਾਲਾ ਕੇਸ ਵਿਚਾਰਿਆ ਨਹੀਂ ਹੋਣਾ, ਉਦੋਂ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਸੀ। 19 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਉਹਦਾ ਫੈਸਲਾ ਆ ਗਿਆ ਸੀ। ਇਹਨਾਂ ਨੇ ਲੀਗਲ ਪੱਖ ਵਿਚਾਰਨਾ ਨਹੀਂ ਚਾਹਿਆ, ਕੋਈ ਲੀਗਲ ਬੰਦਾ ਨਹੀਂ ਬੁਲਾਇਆ, ਕੋਈ ਮੇਰੇ ਵਾਂਗੂ ਜਿਹੜਾ ਇਸ ਪ੍ਰੋਸੈਸ ਚੋਂ ਲੰਘਿਆ ਉਹਨਾਂ ਵੱਲ ਇਹਨਾਂ ਨੇ ਝਾਕਣਾ ਨਹੀਂ ਚਾਹਿਆ। ਮਤਲਬ ਕਿ ਇਹਨਾਂ ਦੀ ਜਿਹੜੀ ਸੰਜੀਦਗੀ ਆ, ਉਹ ਆਪਾਂ ਇਹੀ ਕਹਿੰਦੇ ਕਿ ਇਹਨਾਂ ਦੇ ਦੀਵਿਆਂ 'ਚ ਤੇਲ ਹੈ ਨਹੀਂ। ਇਹਨਾਂ ਨੇ ਗਿਲੇ ਕਰਨੇ ਹਵਾਵਾਂ ਨਾਲ। ਉਸ ਚੀਜ਼ ਤੋਂ ਆਪਾਂ ਨੂੰ ਬਹੁਤ ਵਿਚਾਰ ਕੇ ਸੋਚ ਕੇ ਕਦਮ ਚੱਕਣੇ ਚਾਹੀਦੇ ਆ। 22 ਬੰਦਿਆਂ ਦੀ ਜਿਹੜੀ ਇਹਨਾਂ ਨੇ ਸੂਚੀ ਦਿੱਤੀ ਆ, ਉਹ ਪਬਲਿਕ ਕਰਨੀ ਚਾਹੀਦੀ ਆ। ਉਹਦੇ 'ਚੋਂ 8 ਕੇ 9 ਜਿਹੜੇ ਹੈਗੇ ਨੇ ਉਹ ਆਪਣੀਆਂ ਸਜ਼ਾਵਾਂ ਤੋਂ ਜ਼ਿਆਦਾ ਭੁਗਤ ਚੁੱਕੇ ਨੇ। ਈਵਨ ਰਾਜੀਵ ਕੇਸ ਦੌਰਾਨ ਸੁਪਰੀਮ ਕੋਰਟ ਦੇ ਜਿਹੜਾ 3 ਮੈਂਬਰ ਬੈਂਚ ਬਣਿਆ ਸੀ, ਉਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਤੋਂ ਉੱਤੇ ਸਜ਼ਾ ਭੁਗਤ ਗਿਆ, ਅਸੀਂ ਉੱਦਾਂ ਦੇ ਬੰਦੇ ਰਿਹਾ ਕੀਤੇ ਨੇ। ਫਿਰ ਬਾਏ ਜੇ ਮਹਾਤਮਾ ਗਾਂਧੀ ਦਾ ਕਾਤਲ ਰਿਹਾ ਹੋ ਸਕਦਾ, ਪ੍ਰਤਾਪ ਸਿੰਘ ਕਹਿਰੋਂ ਦੇ ਬੰਦੇ ਰਿਹਾ ਹੋ ਸਕਦਾ, ਹਾਂ ਠੀਕ ਆ, ਉਹਦੇ 'ਚ ਫਾਂਸੀਆਂ ਹੋਈਆਂ ਨੇ ਇਹਨਾਂ ਦੋਨਾਂ ਕੇਸਾਂ 'ਚ, ਪਰ ਬੰਦੇ ਰਿਹਾ ਵੀ ਹੋਏ। ਰਾਜੀਵ ਗਾਂਧੀ ਕੇਸ 4 ਬੰਦਿਆਂ ਨੂੰ ਫਾਂਸੀ ਹੋਈ ਸੀ, ਅੱਜ ਉਹ ਸਾਰੇ ਰਿਹਾ ਹੋਣਗੇ। ਹਜੇ ਤਾਂ ਇੱਕ ਹੋਇਆ ਨਾ, 6 ਹੋਰ ਨੇ। ਪਰਿਵਾਰੀ ਵੱਲੋਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ। ਇੱਥੋਂ ਤੱਕ ਤੁਸੀਂ ਦੇਖ ਲਓ ਕਿ ਜਿਹੜੇ ਜੱਜ ਨੇ ਉਹਨੂੰ ਫਾਂਸੀ ਦਿੱਤੀ, ਸਜ਼ਾ ਦੀ ਹੁਕਮ ਸੁਣਾਇਆ ਸੀ, ਉਹ ਵੀ ਅੱਜ ਉਹਨੂੰ ਵੈਲਕਮ ਕਰ ਰਿਹਾ। ਵੈਲਕਮ ਕੌਣ ਨਹੀਂ ਕਰ ਰਿਹਾ? ਸਿਰਫ ਉਹ। ਈਵਨ ਪ੍ਰਿੰਕਿਆ ਗਾਂਧੀ ਹੁਣਾਂ ਨੇ ਜਾ ਕੇ ਉਹਨਾਂ ਨੂੰ ਵੈਲਕਮ ਕੀਤਾ ਸੀ ਵੀ ਸਾਨੂੰ ਕੋਈ ਗਿਲਾ ਨਹੀਂ। ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਸੀ। ਮੈਂ ਠੀਕ ਆ ਕਿ ਰਵਨੀਤ ਬਿੱਟੂ ਇੱਥੇ ਪੰਜਾਬ 'ਚ ਬੋਲ ਰਿਹਾ ਕਿ ਮੈਂ ਆਪਣੇ ਦਾਦੇ ਦੀ ਲੈਗਸੀ ਜਿੰਦਾ ਰੱਖਣੀ ਆ, ਜਿਨ੍ਹਾਂ ਨੇ ਮੇਰਾ ਦਾਦਾ ਮਾਰਿਆ ਜਾਂ ਨਹੀਂ ਮਾਰਿਆ, ਉਸ ਚੀਜ਼ ਨੂੰ ਮੈਂ ਨਹੀਂ ਭੁਲਾਉਣਾ, ਨਾ ਮੈਂ ਉਹ ਬੰਦੇ ਕਦੀ ਬਾਹਰ ਆਉਣ ਦੇਣੇ ਆ। ਇਹ ਮੇਰਾ ਖਿਆਲ ਉਹਦਾ ਤੰਗ ਨਜ਼ਰੀਆ ਹੈਗਾ। ਜਿਹੜੀ ਇਹ ਕਮੇਟੀ ਪਹਿਲੇ ਬੈਠੀ ਆ, ਪਹਿਲੇ ਜਿਹੜੀਆਂ ਵਿਰੋਧ 'ਚ ਇਸ਼ੂ ਉੱਠ ਰਹੇ ਨੇ ਉਹਨਾਂ ਨਾਲ ਬੈਠ ਕੇ ਗੱਲ ਕਰੋ ਤੇ ਇਸ ਚੀਜ਼ ਨੂੰ ਸੰਜੀਦਗੀ ਨਾਲ ਲਓ। ਇਹਨੂੰ ਇੱਕ ਇਹ ਨਾ ਸੋਚੋ ਕਿ ਇਹਦੇ ਨਾਲ ਤੁਹਾਡੇ ਦੀਵਿਆਂ 'ਚ ਸ਼ਾਇਦ ਤੇਲ ਪੈ ਜੇ। ਐਂ ਤੇਲ ਤੁਹਾਡੇ ਦੀਵਿਆਂ 'ਚ ਪੈਣੇ ਨਹੀਂਗੇ, ਇਹ ਆਪਣੇ ਮਨ 'ਚੋਂ ਕੱਢ ਦਿਓ। ਤੇ ਜਦੋਂ ਰਾਜੋਆਣਾ ਦੀ ਫਾਂਸੀ ਦੇ ਦਿਨ ਸੀ, ਡੇਟ ਨਿਸ਼ਚਿਤ ਹੋ ਗਈ ਸੀ, ਉਦੋਂ ਇਸੇ ਰਵਨੀਤ ਬਿੱਟੂ ਦੀ ਭੂਆ ਗੁਰਕਮਲ ਨੇ, ਸ਼ਾਇਦ ਉਹਨਾਂ ਦਾ ਨਾਂ ਜਲੰਧਰ ਸੀ, ਉਹਨਾਂ ਨੇ ਖੁਦ ਕਿਹਾ ਸੀ ਕਿ ਜੇ ਇਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਹੁੰਦੀ ਹੈ ਸਾਨੂੰ ਕੋਈ ਅਫਸੋਸ ਨਹੀਂ। ਹਾਂ, ਪਰ ਆਈ ਥਿੰਕ ਵੈਲਕਮ ਸਟੈਪ ਹੈ। ਇਹਨਾਂ ਦੇ ਜਿਹੜੇ ਸੁਪਰੀਮੋ ਨੇ, ਰਾਹੁਲ ਗਾਂਧੀ ਹੈ, ਪ੍ਰਿੰਕਿਆ ਗਾਂਧੀ, ਈਵਨ ਸੋਨੀਆ ਗਾਂਧੀ ਹੈ। ਜਦੋਂ ਮੇਰੀ ਅਵੰਤਿਕਾ ਮਾਕਨ ਨਾਲ ਗੱਲ ਹੋਈ ਸੀ, ਸਾਡੀ ਤਾਂ ਸੁਭਾਵਕ ਗੱਲ ਹੋਈ ਸੀ ਆਪਸ, ਉਦੋਂ ਉਹਨਾਂ ਨੇ ਵੈਲਕਮ ਕੀਤਾ ਸੀ ਸਟੈਪ। ਅਵੰਤਿਕਾ ਮਾਕਨ ਨੂੰ ਸ਼ਾਬਾਸ਼ ਦਿੱਤੀ ਸੀ ਐਂਡ ਅਵੰਤਿਕਾ ਮਾਕਨ ਦੀ ਸੇਧ ਲੈ ਕੇ ਹੀ ਪ੍ਰਿੰਕਿਆ ਗਾਂਧੀ ਨਲਿਨੀ ਨੂੰ ਮਿਲਣ ਗਈ ਸੀ। ਇਹ NDTV ਦੀ ਡਿਬੇਟਸ ਤੇ ਵੀ ਗੱਲ ਆਈ ਹੈ।
ਜੀ। ਸੋ ਇਹਦੇ ਨਾਲ ਆਪਾਂ ਜੋੜ ਸਕਦੇ ਹਾਂ ਕਿ ਤੁਹਾਡੇ ਕੇਸ ਨਾਲ ਜੁੜਿਆ ਹੋਇਆ ਜਿਹੜਾ ਅੱਜ ਜੇ ਰਿਹਾਈ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹ ਕੜੀਆਂ ਜੁੜਦੀਆਂ ਨੇ। ਸੋ ਚੰਗੀ ਗੱਲ ਹੈ, ਕਿਉਂਕਿ ਚੰਗੇ ਥਾਟ ਪ੍ਰੋਸੈਸ ਜਦੋਂ ਆਉਂਦੇ ਆ ਤਾਂ ਕੁਝ ਚੰਗਾ ਹੁੰਦਾ। ਦੂਜੇ ਪਾਸੇ ਅਸੀਂ ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਦੇ ਵਿੱਚ ਬੜਾ ਕੁਝ ਇਸ ਵਕਤ ਹੋ ਰਿਹਾ ਹੈ। ਸੁਨੀਲ ਜਾਖੜ ਬਾਹਰ ਚਲੇ ਗਏ ਨੇ, ਨਵਜੋਤ ਸਿੱਧੂ ਅੰਦਰ ਚਲੇ ਗਏ ਨੇ, ਦੋ ਪ੍ਰਧਾਨ ਨੇ, ਦੋਵੇਂ ਸਾਬਕਾ ਨੇ। ਜਦੋਂ ਪਹਿਲੇ ਮੈਂ ਸੁਨੀਲ ਜਾਖੜ ਤੇ ਗੱਲ ਕਰਦੀ, ਜਦੋਂ ਉਹਨਾਂ ਨੇ ਜਿੱਦਣ ਅਲਵਿਦਾ ਆਖੀ ਹੈ ਕਾਂਗਰਸ ਨੂੰ, ਬੜੇ ਉਹਨਾਂ ਨੇ ਸ਼ਾਇਰਾਨਾ ਸੁਭਾਵਾਂ ਦੇ ਵਿੱਚ ਲੈ ਕੇ, ਸ਼ਾਇਰਾਂ ਦੇ ਬੋਲ ਦਾ ਸਹਾਰਾ ਲੈ ਕੇ ਉਹਨਾਂ ਨੇ ਆਪਣੀ ਅਲਵਿਦਾ ਆਖੀ ਆ। ਪਰ ਉਹਨਾਂ ਨੇ ਉਸ ਟਾਈਮ ਤੇ ਬੜੇ ਦਾਅਵੇ ਨਾਲ ਕੀਤਾ ਸੀਗਾ ਕਿ ਮੈਂ ਇੱਕ ਸੈਕੂਲਰ ਬੰਦਾ, ਮੇਰੀ ਸੈਕੂਲਰ ਥਾਟ ਆ। ਮੈਨੂੰ ਇਸ ਚੀਜ਼ ਦਾ ਬਹੁਤ ਅਫਸੋਸ ਆ ਕਿ ਉਹਨਾਂ ਨੇ ਮੈਨੂੰ ਇੱਕ ਹਿੰਦੂ ਮਤਲਬ ਕਿ ਦੱਸ ਕੇ ਮੈਨੂੰ ਚੀਫ ਮਿਨਿਸਟਰਸ਼ਿਪ ਤੋਂ ਵਾਂਝਾ ਰੱਖਿਆ ਵੀ ਇਹ ਜਿਸ ਬੰਦੇ ਨੇ ਇਹ ਸੋਚ ਉਠਾਈ ਆ ਉਹਦੀ ਸੋਚ ਗਲਤ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰਾ ਦਿਲ ਤਾਂ ਤੋੜਿਆ ਪਰ ਸਲੀਕੇ ਨਾਲ ਨਹੀਂ ਤੋੜਿਆ। ਹੁਣ ਜੇ ਆਪਾਂ ਕਹੀਏ ਵੀ ਉਹਨਾਂ ਨੇ ਪੰਜਾਬ ਦੀ ਭਾਵਨਾਵਾਂ ਦਾ ਦਿਲ ਤੋੜਿਆ, ਜਦੋਂ ਇੱਕ ਉਸ ਕੱਟੜਵਾਦੀ ਜਮਾਤ ਨਾਲ, ਰਾਸ਼ਟਰਵਾਦ ਨਾਲ ਜਾ ਕੇ ਇਹਨਾਂ ਨੇ ਦੋਸਤੀ ਪਾਈ ਆ, ਜਿਹੜੀ ਇੰਡੀਆ ਦਾ ਸੋਸ਼ਲ ਫੈਬਰਿਕ ਹਿਲਾ ਕੇ ਰੱਖ ਦੇਣਾ ਚਾਹੁੰਦੀ ਆ। ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਇਸ਼ੂਜ਼ ਆ ਰਹੇ ਨੇ ਸਿੰਸ 2014। ਪ੍ਰੈਸ ਫਰੀडम ਨੂੰ ਖਤਮ ਕੀਤਾ ਜਾ ਰਿਹਾ, ਜਿੰਨਾ ਇੰਟੈਲੈਕਚੁਅਲ ਬੇਸ ਆ ਉਹ ਬਦਲਿਆ ਜਾ ਰਿਹਾ, ਐਜੂਕੇਸ਼ਨ ਪਾਲਿਸੀਜ਼ ਬਦਲੀਆਂ ਜਾ ਰਹੀਆਂ ਨੇ, ਉਹਨਾਂ ਵਿੱਚ ਭਾਗਮਾਕਰਨ ਕਰਿਆ ਜਾ ਰਿਹਾ। ਕਰਨਾਟਕਾ ਵਿੱਚ ਇਹ ਇਸ਼ੂ ਉੱਠਿਆ ਸੀ, ਉਸ ਤੋਂ ਬਾਅਦ ਡਰਾਈ ਕਰਤਾ ਕਿ ਭਗਤ ਸਿੰਘ ਦਾ ਚੈਪਟਰ ਕੱਢ ਕੇ ਇਹਨਾਂ ਨੇ ਹੈਗਵਾਗੜੇ ਦਾ ਚੈਪਟਰ ਲੈ ਕੇ ਆਂਦਾ ਟੈਕਸਟ ਬੁੱਕਸ ਦੇ ਵਿੱਚ। ਬਾਅਦ ਚ ਇਹਨਾਂ ਨੇ ਡਿਨਾਈ ਕੀਤੀ ਇਹ ਗੱਲ। ਉਹ ਉਸ ਸੰਸਥਾ ਨੂੰ ਪ੍ਰਚਾਰ ਕਰਨਾ ਚਾਹੁੰਦੇ ਆ ਜਿਨ੍ਹਾਂ ਦਾ ਹੀਰੋ ਹਿਟਲਰ ਤੇ ਮੁਸਲਿਨੀ ਸੀ, ਜਿਹੜੇ ਕਿ ਫਾਸ਼ਿਸਟ ਤੇ ਨਾਜ਼ੀਜ਼ਮ ਦੇ ਚਿਹਰੇ ਨੇ। ਉਹਨਾਂ ਨੂੰ ਇਹ ਉਸ ਟਾਈਮ ਤੇ ਇਹਨਾਂ ਦੇ ਲੀਡਰ ਜਿਨ੍ਹਾਂ ਦੇ ਚੈਪਟਰ ਪਾਉਣਾ ਚਾਹੁੰਦੇ ਨੇ ਉਹ ਮਿਲ ਕੇ ਵੀ ਆਏ ਸੀ ਜਰਮਨੀ ਤੇ ਇਟਲੀ 'ਚ। ਇਹਨਾਂ ਦੇ ਸਲੂਟ ਪ੍ਰੋਸੈਸਿਸ, ਇਹਨਾਂ ਦੇ ਜਿਹੜੇ ਐਕਸਪ੍ਰੈਸਿਵ ਬਿਹੇਵੀਅਰ ਆ, ਉਹ ਦੈਟ ਇਜ਼ ਕਲੋਜ਼ਲੀ ਰਿਜ਼ੈਂਬਲਿੰਗ ਦਾ ਫਾਸ਼ਿਜ਼ਮ ਐਂਡ ਨਾਜ਼ੀਜ਼ਮ ਸਿੰਬਲਸ। ਉਹਨਾਂ ਦੇ ਨਾਲ ਜਾ ਕੇ ਸੁਨੀਲ ਜਾਖੜ ਵਰਗਾ ਬੰਦਾ ਜੇ ਜਾ ਕੇ ਖੜਦਾ, ਜਦੋਂ ਇਹਨਾਂ ਨੇ ਆਪਣਾ ਅਲਵਿਦਾ ਆਖੀ ਆ ਕਾਂਗਰਸ ਨੂੰ, ਇਹਨਾਂ ਨੇ ਟੈਂਪੋਰਲ ਸੀਟ ਆਫ ਅਕਾਲ ਤਖਤ ਦਾ ਜ਼ਿਕਰ ਕੀਤਾ ਇਨ ਰਿਸਪੈਕਟਫੁਲ ਮੈਨਰ। ਪਰ ਮੈਨੂੰ ਦੁੱਖ ਆ ਕਿ ਇਹਨਾਂ ਨੂੰ ਬਾਕੀ ਸਭ ਕੁਝ ਤਾਂ ਦੇ ਗਿਆ, ਪਰ ਇਹਨਾਂ ਨੂੰ 1984 ਵੇਲੇ ਆਪਣੀ ਪਾਰਟੀ ਜਿਸ 'ਚ ਪਹਿਲੇ ਸੀਗੇ ਉਹਨਾਂ ਵੱਲੋਂ ਜਿਹੜਾ ਇੰਡੀਅਨ ਆਰਮੀ ਦਾ ਅਟੈਕ ਹੋਇਆ 84 'ਚ, ਜਿਹੜਾ ਇੰਡੀਅਨ ਗਵਰਨਮੈਂਟ ਆਵਾਮ ਦਾ ਅਟੈਕ ਹੋਇਆ ਸਿੱਖ ਪਾਪੂਲੇਸ਼ਨ ਤੇ ਦਿੱਲੀ ਅਦਰ ਸਿਟੀਜ਼ ਇਨ ਇੰਡੀਆ, ਉਹ ਇਹਨਾਂ ਨੂੰ ਪ੍ਰੋਗਰਾਮ ਨਹੀਂ ਦਿਖਿਆ, ਨਾ ਉਹਦੇ ਬਾਰੇ ਇਹਨਾਂ ਨੇ ਜ਼ਿਕਰ ਕਰਨਾ ਚਾਹਿਆ। ਇਹਨਾਂ ਦੀ ਫੈਮਿਲੀ ਦਾ ਵੀ ਬਹੁਤ ਚੰਗਾ ਨਹੀਂ ਰਿਹਾ ਸੀ, ਸਾਹਮਣੇ ਇਹ ਗੱਲ ਹੈ। ਕਦੀ ਵੀ ਇਹ ਸਿੱਖ ਵਾਂ ਜਾਂ ਪੰਜਾਬ ਦੀਆਂ ਮੰਗਾਂ ਅੱਜ ਤੱਕ ਨਹੀਂ। ਤੇ ਜੋ ਮੇਰੀ ਆਬਜ਼ਰਵੇਸ਼ਨਸ ਆ, ਡਿਸਪਾਈਟ ਜੁਆਇਨਿੰਗ ਦਾ ਭਾਰਤੀ ਜਨਤਾ ਪਾਰਟੀ, ਇਟ ਡੋਨਟ ਅਫੈਕਟ ਦਾ ਪੋਲੀਟੀਕਲ ਇਕੁਏਸ਼ਨਸ ਇਨ ਪੰਜਾਬ। ਹਾਂ, ਅਨਲੈਸ ਦੇ ਕ੍ਰੀਏਟ ਸੈਕਟੇਰੀਅਨ ਇੱਕ ਏਡਾ ਕੱਦਵਾਰ ਬੰਦਾ ਜਿਹੜਾ ਇੰਟਰਨੈਸ਼ਨਲ ਪਲੇਅਰ ਰਿਹਾ ਹੋਵੇ ਤੇ ਬਾਬਾਕ ਜ਼ਿੰਦਗੀ ਜਿਉਣ ਦਾ ਉਹ ਦਾਅਵਾ ਕਰਦਾ, ਪ੍ਰਗਟਾਵਾ ਵੀ ਕਰਦਾ, ਜਿਸ ਤਰ੍ਹਾਂ ਉਹ ਤੁਰਦਾ, ਬੋਲਦਾ, ਕਰਦਾ, ਬੜਾ ਖੁੱਲ੍ਹ ਕੇ ਵਿਚਰਦਾ, ਇੱਕ ਛੋਟੇ ਜਿਹੇ ਝਟਕੇ ਨਾਲ ਉਹਦੀ ਸਾਰਾ ਮੂੰਹ ਬੰਦ ਹੋ ਗਿਆ। ਲੋਕਾਂ 'ਚ ਮੁਸ਼ਕਲਾਂ ਆਉਂਦੀਆਂ ਨੇ, ਜਵਾਨੀ ਵੇਲੇ ਲੜਾਈ ਝਗੜੇ ਹੁੰਦੇ ਨੇ, ਵੱਡੀਆਂ ਉਮਰਾਂ 'ਚ ਵੀ ਝਗੜੇ ਹੋ ਜਾਂਦੇ ਨੇ, ਝਗੜੇ ਹੁੰਦੇ ਆ। 323 ਦਾ ਕੇਸ ਆ, 323-26 ਤਾਂ ਜੱਟਾਂ ਤੇ ਤੁਰੇ ਜਾਂਦੀ ਲੱਗ ਜਾਂਦੀ ਆ। ਸਹੀ ਹੈ, ਸਹੀ ਹੈ। ਇਸ ਕਰਕੇ ਜਿਸ ਤਰ੍ਹਾਂ ਉਹਨੇ ਤੇ ਉਹਦੇ ਪਰਿਵਾਰ ਨੇ ਪ੍ਰਗਟਾਵਾ ਕੀਤਾ, ਮੈਨੂੰ ਅਫਸੋਸ ਹੈ ਕਿ ਸਿੱਖ ਹੋਣ ਦੇ ਨਾਤੇ ਕਿ ਇੱਕ ਸਿੱਖ ਹੋਵੇ ਤੇ ਘਬਰਾ ਜੇ ਏਡੀ ਮੁਸ਼ਕਲ ਤੋਂ। ਮੈਂ ਮੰਨਦਾ ਕਿ ਜੇਲਾਂ ਕਿਸੇ ਘੇਰਾਬੰਦੀ 'ਚ ਰਹਿਣਾ ਬਹੁਤ ਮੁਸ਼ਕਲ ਹੁੰਦਾ, ਉੱਥੇ ਤੁਹਾਡੀ ਸੈਲਫ ਰਿਸਪੈਕਟ ਨੂੰ ਖਤਰਾ ਹੁੰਦਾ, ਤੁਹਾਡੀ ਡਿਗਨਿਟੀ ਤੇ ਕੁਐਸਚਨ ਉੱਠ ਜਾਂਦੇ ਨੇ, ਤੁਹਾਨੂੰ ਇੱਕ ਅਧੀਨਗੀ ਦੀ ਭਾਵਨਾ ਆ ਜਾਂਦੀ ਆ। ਪਰ ਇਹਨਾਂ ਦੀਵਾਰਾਂ ਵਿੱਚ ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖਣਾ ਇੱਕ ਤੁਹਾਡੀ ਬੇਬਾਕੀ ਦੀ ਪਛਾਣ ਆ। ਇਹ ਤਾਂ 1 ਸਾਲ ਦੀ ਗੱਲ ਕਰਦਾ, ਮੈਂ ਤਾਂ 18 ਸਾਲ ਲਾਇਆ, ਮੈਂ ਤਾਂ ਕਿਸੇ ਕੌਜ਼ ਲਈ ਲਾਏ ਸੀ। ਇਹ ਤੱਕ ਇਹਦਾ ਨਿੱਜੀ ਕਾਰਨ ਕਰਕੇ ਇਹਨੂੰ ਉੱਥੇ ਤੱਕ ਪਹੁੰਚਣਾ ਪਿਆ। ਜਦੋਂ ਇਹਦੇ ਹੱਕ 'ਚ ਫੈਸਲੇ ਆਉਂਦੇ ਰਹੇ ਨੇ ਉਦੋਂ ਤਾਂ ਇਹ ਲੱਡੂ ਖਾਂਦੇ ਰਹੇ ਨੇ, ਉਦੋਂ ਲੱਡੂ ਨਹੀਂ ਸੀ ਖਾਣੇ ਚਾਹੀਦੇ, ਉਸ ਪਰਿਵਾਰ ਕੋਲੇ ਜਾਣਾ ਚਾਹੀਦਾ ਸੀ। ਇਟ ਵਾਜ਼ ਅ ਸਪਾਰ ਆਫ ਦਾ ਮੂਵਮੈਂਟ, ਇਨਸੀਡੈਂਟ ਹੈਪਨਡ ਐਂਡ ਆਈ ਫੀਲ ਰਿਗਰੈਟ ਫॉर दैट ਜੀ। ਉਸ ਚੀਜ਼ ਨਾਲ ਸ਼ਾਇਦ ਅੱਜ ਇਹਨਾਂ ਨੂੰ ਉਹ ਦਿਨ ਨਾ ਦੇਖਣਾ ਪੈਂਦਾ। ਇਹ ਸਵਾਲ ਇੱਥੇ ਹੁਣ ਇਹਦੀ ਕਰੈਕਟਰ ਬਿਲਡਿੰਗ ਦਾ ਸਵਾਲ ਆ, ਪਰ ਜਿਸ ਤਰ੍ਹਾਂ ਨੇ 2 ਦਿਨ ਤੋਂ ਪ੍ਰਗਟਾਵਾ ਕੀਤਾ, ਕਿਵੇਂ ਚੁੱਪ ਧਾਰੀ ਆ, ਇਹਨੂੰ ਐਕਸਪਲੇਨ ਕਰਨਾ ਚਾਹੀਦਾ ਸੀ ਵੀ ਇਹ ਰਿਗਰੈਟੇਬਲ ਇਨਸੀਡੈਂਟ ਆ। ਆਈ ਰਿਸਪੈਕਟ ਦਾ ਲਾਅ,
ਮੈਂ ਲੌਫਲੀ ਆਪਣੇ ਆਪ ਨੂੰ ਸਬਮਿਟ ਕਰਾਂਗੇ। ਇਹਨਾਂ ਨੇ ਆਖਰੀ ਦਮ ਤੱਕ ਕਰੇ ਨੇ। ਹੁਣ ਇਹ ਆਪਣੀਆਂ ਬਿਮਾਰੀਆਂ ਦਾ ਸਹਾਰਾ ਲੈ ਰਹੇ ਨੇ ਜਾਂ ਕੋਈ ਹੋਰ ਸਹਾਰਾ ਲੈ ਰਹੇ। ਇਹ ਇੱਕ ਮੇਰਾ ਖਿਆਲ ਨਰੋਏ ਬੰਦੇ ਦੀ ਜਿਹੜਾ ਪ੍ਰਗਟਾਵਾ ਉਸ ਤਰ੍ਹਾਂ ਨਹੀਂ ਹੈਗਾ। ਇਹ ਮੈਂ ਜ਼ਰੂਰ ਮੰਨਦਾ ਕਿ ਇਸ ਸਜ਼ਾ ਪਿੱਛੇ ਪੋਲੀਟੀਕਲ ਕਾਰਨਸ ਨੇ। ਜਿਸ ਤਰ੍ਹਾਂ ਵੱਡੇ ਵੱਡੇ ਕਾਂਗਰਸ ਦੇ ਲੀਡਰਾਂ ਨੇ ਆਪਣੇ ਬਿਆਨਾਂ ਵਿੱਚ ਹੋਸ਼ਾਪਨ ਦਿਖਾਇਆ, ਉਹ ਸ਼ੋਅ ਕਰਦੀ ਆ ਕਿ ਕਾਂਗਰਸ ਆਪਣੀ ਐਗਜ਼ਿਸਟੈਂਸ਼ੀਅਲ ਕਰੈਕਟਰ ਖੋ ਚੁੱਕੀ ਆ। ਕਾਂਗਰਸ ਇਜ਼ ਔਨ ਦਾ ਬ੍ਰਿੰਕ। ਜਿਸ ਤਰ੍ਹਾਂ ਜਿਹੜੇ ਲੀਡਰਸ ਜਿਹੜੇ ਕਿ ਇੱਥੋਂ ਦੇ ਡਿਪਟੀ ਚੀਫ ਮਿਨਿਸਟਰ ਰਹੇ ਨੇ, ਐਡੇ ਐਡੇ ਅਹੁਦਿਆਂ ਤੇ ਰਹੇ ਨੇ, ਉਹ ਆਪਣੀਆਂ ਨਿੱਜੀ ਕੀੜਾਂ ਕੱਢ ਰਹੇ ਨੇ। ਇਹ ਪੋਲੀਟੀਕਲ ਕੇਸ ਦਾ ਵਰਡਿਕ ਆਇਆ। ਇੱਕ ਪਾਸੇ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਜਾ ਰਿਹਾ, 15 ਮਿੰਟ ਬਸ ਨਵਜੋਤ ਸਿੱਧੂ ਦੇ ਕੇਸ ਦਾ ਫੈਸਲਾ ਹੋ ਰਿਹਾ। ਜਿੰਨਾ ਚਿਰ ਇਹ ਪਾਵਰ ਸਟਰਕਚਰ ਨਾਲ ਰਿਹਾ, ਕੇਸ ਇਹਦੇ ਹੱਕ 'ਚ ਭੁਗਤਦਾ ਰਿਹਾ। ਜਿੱਦਣ ਇਹ ਇੱਥੇ ਕੋਈ ਆਵਾਜ਼ ਬਣਨਾ ਚਾਹਿਆ, ਕਿਉਂਕਿ ਇਟਸ ਅ ਹਿਊਜ ਪੋਲੀਟੀਕਲ ਵੈਕਿਊਮ ਇਨ ਪੰਜਾਬ, ਜਿਹਨੂੰ ਇਹ ਵੀ ਕਿਸੇ ਹੱਦ ਤੱਕ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਹਜੇ ਇਹਦੇ ਕੋਲੇ ਵੀ ਕੋਈ ਡਾਇਰੈਕਸ਼ਨ ਨਹੀਂ ਸੀ। ਆਈ ਫੀਲ ਵੈਰੀ ਸੌਰੀ ਕਿ ਇਹਦੇ ਵਰਗਾ ਇੱਕ ਸੂਝਵਾਨ ਬੰਦਾ ਉਹ ਹਾਥੀਆਂ ਤੇ ਚੜਿਆ ਫਿਰਦਾ ਹੈ। ਕਾਹਦੇ ਲਈ? ਪੰਡਤਾਂ ਦੇ ਕਹਿਣ ਤੇ ਚੜਿਆ ਹੋਊਗਾ ਜੀ, ਲੱਗਦਾ ਇਹ ਹੈ। ਹਾਥੀ ਤੋਂ ਥੱਲੇ ਆਇਆ, ਫਿਰ ਇਹਨੂੰ ਪਤਾ ਤੇ ਕੀੜੀਆ ਵਾਂਗੂ ਪਿਸ ਗਿਆ। ਸਹੀ ਗੱਲ ਆ। ਉਦੋਂ ਤਾਂ ਜ਼ਰੂਰਤ ਰੱਖੇ ਨਾ, ਸਾਲ ਹੀ ਹੈ, 1 ਸਾਲ ਕੀ ਹੁੰਦਾ। ਬਥੇਰੇ ਲੋਕਾਂ ਨੇ ਉਮਰਾਂ ਕੱਟੀਆਂ ਜੇਲ੍ਹਾਂ ਦੇ ਵਿੱਚ। ਰਮਿਸ਼ਨ ਹੋ ਜਾਣੀ ਆ। ਅੱਜ ਕੱਲ ਇੱਥੇ ਆਪਣੀ ਜੇਲ੍ਹਾਂ 'ਚ ਜਿਹੜੀ ਉਮਰ ਕੈਦ ਹੁੰਦੀ, ਉਹ 7.5 ਸਾਲ 10 ਸਾਲਾਂ ਬਾਅਦ ਬੰਦਾ ਆ ਜਾਂਦਾ। ਸਾਲ ਕੀ ਹੈ, 5-7 ਮਹੀਨੇ ਨੇ ਯਾਰ। ਵਿੱਚ ਛੁੱਟੀ ਵੀ ਮਿਲ ਸਕਦੀ ਆ। ਬਿਲਕੁਲ। ਤੇ ਸਿੱਧੂ ਨੇ ਕੀ ਖਾਧਾ ਜਾਂ ਕੁਛ ਹੋਰ ਖਾਧਾ ਹਨਾ। ਮੀਡੀਆ ਨੇ ਇਹ ਗੱਲਾਂ ਕਰਨੀਆਂ, ਅਸਲ ਗੱਲਾਂ ਜਿਹੜੀਆਂ ਉਹ ਆਸੇ-ਪਾਸੇ ਰਹਿ ਜਾਂਦੀਆਂ, ਜਿਹੜੀਆਂ ਦੇ ਉੱਤੇ ਗੱਲ ਕਰਨੀ ਬਣਦੀ ਸੀ। ਉਹੀ ਬਿਮਾਰੀ ਦਾ ਐ ਨਹੀਂ ਸਕਰੈਪ ਹੁੰਦਾ। ਮੈਂ ਵੀ ਜੇਲ੍ਹ ਕੱਟੀ ਆ, ਸਜ਼ਾ ਤੋਂ ਬਾਅਦ ਵੀ ਕੱਟੀ ਆ। ਮੈਨੂੰ ਤਾਂ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਵੀ ਚਿੱਟੇ ਕੱਪੜੇ ਪਾ ਜਾਂ ਆਹ ਤੇਰੀ ਡਰੈਸ ਆ, ਇੰਨੇ ਤੂੰ ਅੰਡਰਗਾਰਮੈਂਟ ਰੱਖ ਸਕਦਾ, ਇੰਨੇ ਕੰਬਲ ਰੱਖ ਸਕਦਾ, ਆਹ ਤੇਰੀਆਂ ਚਾਦਰਾਂ ਨੇ, ਆਹ ਤੇਰੇ ਤੌਲੀਏ ਨੇ। ਮੇਰੇ ਕੋਲ ਤਾਂ ਘਰ ਦਾ ਸਮਾਨ ਹੁੰਦਾ ਸਾਰਾ। ਹਾਂ, ਮੈਂ ਜ਼ਰੂਰ ਕੁੜਤੇ ਪਜਾਮੇ ਉੱਥੋਂ ਹੀ ਕੱਪੜਾ ਲੈ ਕੇ ਅੰਦਰੋਂ ਜਿਹੜਾ ਉਹਨਾਂ ਦੇ ਕੱਪੜਾ ਬਣਦਾ, ਉਹ ਮੈਂ ਕਹਿ ਕੇ ਅਫਸਰਾਂ ਤੋਂ ਉੱਥੋਂ ਕੱਪੜਾ ਲੈ ਕੇ ਉੱਥੇ ਹੀ ਦਰਜੀਆਂ ਤੋਂ ਸਵਾ ਕੇ ਮੈਂ 2 ਸੂਟ ਸਵਾ ਕੇ ਘਰੇ ਲਿਆਇਆ ਸੀ ਆਪਣੇ ਨਾਲ। ਬਾਕੀ ਸਮਾਨ ਮੈਂ ਉੱਥੇ ਹੀ ਛੱਡਿਆ ਸੀ। ਇਹ ਐਵੇਂ ਗੱਲਾਂ ਮਾਰਦੇ ਨੇ। ਉਹ ਜ਼ਿੰਦਗੀ ਉਹ ਵੀ ਲੋਕੀ ਨੇ। ਮੈਂ ਇੱਕ ਵਾਰੀ ਤੁਹਾਨੂੰ ਗੱਲ ਦੱਸਦਾ, ਮੈਂ ਐਡਮਿਨਿਸਟ੍ਰੇਟਿਵ ਬਲਾਕ ਤੇ ਬੈਠਾ ਸੀਗਾ, ਮੇਰੇ ਨਿੱਕਰ ਟੀ-ਸ਼ਰਟ ਪਾਈ ਹੋਈ ਸੀਗੀ, ਤੇ ਉੱਥੇ ਦਿੱਲੀ ਯੂਨੀਵਰਸਿਟੀ ਦੇ ਨੈਸ਼ਨਲ ਲਾਅ ਕਾਲਜ ਦੇ ਸਟੂਡੈਂਟਸ ਦਾ ਇੱਕ ਗਰੁੱਪ ਆਇਆ। ਉਹਦੇ ਕੁੜੀਆਂ ਵੀ ਸੀ, ਮੁੰਡੇ ਵੀ ਸੀ, ਤੇ ਦੂਜੇ ਪਾਸੇ ਫੈਕਟਰੀ ਚੋਂ ਛੁੱਟੀ ਹੋਈ ਸੀ ਤੇ ਕੈਦੀ ਆਪਣੇ ਬੈਰਕਾਂ ਨੂੰ ਜਾ ਰਹੇ ਸੀ। ਲਾਈਨ ਬਣਾ ਕੇ ਜਾਂਦੇ ਹੁੰਦੇ ਆ। ਉਹ ਗੱਲਾਂ ਕਰ ਰਹੇ ਸੀ ਵੀ ਇੱਥੇ ਤਾਂ ਬਹੁਤ ਆਪਸ 'ਚ ਲੜਦੇ ਝਗੜਦੇ ਹੋਣਗੇ, ਬੜਾ ਮਤਲਬ ਵਾਹਜਾਤ ਮਾਹੌਲ ਉਹ ਆਪਸ 'ਚ। ਇੰਗਲਿਸ਼ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਂ ਵੀ ਇੱਕ ਇਨਵੇਟ ਹਾਂ। ਮੈਂ ਅਫਸਰਾਂ ਦੇ ਕੋਲੇ ਬੈਠਾ ਸੀ। ਮੈਂ ਰੋਜ਼ ਹੀ ਤਕਰੀਬਨ ਉੱਠ ਕੇ ਆ ਕੇ ਚੱਕਰ ਤੇ ਬਹਿ ਜਾਂਦਾ ਸੀ ਗੱਲਬਾਤ ਕਰਨ ਲਈ। ਉਹ ਵੀ ਮੈਨੂੰ ਬੁਲਾ ਲੈਂਦੇ ਸੀ ਅਫਸਰ। ਮੈਂ ਇਹਨਾਂ ਨੇ ਕਿਹਾ ਵੀ, ਫਿਰ ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ। ਮੈਂ ਕਿਹਾ ਵੀ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੁੰਦਾ। ਉਹ ਆ ਗਏ। ਜਦੋਂ ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਵੀ ਇੱਕ ਸਿਵਲ ਸੁਸਾਇਟੀ ਦਾ ਹੀ ਭਾਗ ਆ। ਇੱਥੇ ਲੋਕੀ ਵਸਦੇ ਨੇ, ਇਹ ਕੋਈ ਜਾਨਵਰ ਨਹੀਂ ਗੇ ਜਿਹੜੇ ਜਿਵੇਂ ਤੁਸੀਂ ਪ੍ਰਗਟਾਵੇ ਕਰਦੇ। ਐ ਨਹੀਂ ਹੁੰਦਾ। ਇਹ ਸੱਭਿਅਕ ਵਰਲਡ ਆ। ਇੱਥੇ ਆ ਵੀ ਇੱਥੇ ਆਰਗੇਨਾਈਜ਼ਡ ਵੇ ਨਾਲ ਲਾਈਫ ਚੱਲਦੀ ਆ। ਬਾਹਰ ਤੁਹਾਡੀ ਸੈਲਫ ਡਿਪੈਂਡੈਂਟ ਲਾਈਫਸ ਹੁੰਦੀਆਂ ਨੇ, ਇੱਥੇ ਦੇ ਆਰ ਡਿਪੈਂਡੈਂਟ ਔਨ ਦਾ ਜੇਲ ਐਡਮਿਨਿਸਟ੍ਰੇਸ਼ਨ। ਇਸ ਕਰਕੇ ਧਾਰਾਵਾਂ ਡਿਫਰੈਂਟ ਹੋ ਸਕਦੀਆਂ, ਪਰ ਡੋਂਟ ਕੰਸੀਡਰ ਦੈਮ ਕਿ ਜੇਲ੍ਹ ਚਲੇ ਗਏ ਬਸ ਜੀ ਆਪਾਂ ਤਾਂ ਹੁਣ ਲੁੱਟੇ ਗਏ ਪੱਟੇ ਗਏ। ਇਹ ਵੀ ਇੱਕ ਇਨਸਾਨੀਅਤ ਜੀਵਨ ਆ। ਇਹ ਮੈਂ ਮੰਨਦਾ ਕਿ ਜਿਸ ਤਰ੍ਹਾਂ ਦੇ ਕ੍ਰਾਈਮ ਲਈ ਨਵਜੋਤ ਸਿੱਧੂ ਨੂੰ ਅੰਦਰ ਕੀਤਾ ਗਿਆ, ਉਹ ਅੰਦਰ ਨਹੀਂ ਸੀ ਜਾਣਾ ਚਾਹੀਦਾ। ਜੇ ਇਹੀ ਕ੍ਰਾਈਮ ਯੂਰਪ ਵਿੱਚ ਹੁੰਦਾ ਤਾਂ ਉਹਨਾਂ ਨੇ ਇਹਨੂੰ ਕੋਈ ਕੰਸਟਰਕਟਿਵ ਸਜ਼ਾ ਦੇਣੀ ਸੀ, ਨੋਟ ਕਿ ਡਿਸਟਰਕਟਿਵ ਸਜ਼ਾ। ਕੋਈ ਸਮਾਜ ਸੇਵੀ ਦੀ ਡਿਊਟੀ ਲਾਉਂਦੇ, ਇਹਨੂੰ ਕੋਈ ਸਲਮਸ ਦੇ ਵਿੱਚ ਜਾ ਕੇ ਲੋਕਾਂ ਦੀ ਜਾਗਰਤਾ ਪੈਦਾ ਕਰਨ ਲਈ ਭੇਜਦੇ, ਇਹਨੂੰ ਕੋਈ ਸਪੋਰਟਸਮੈਨ ਵਾਲਾ ਖਿੱਤਾ ਦਿੰਦੇ ਵੀ ਤੂੰ ਅਗਲੀ ਪੀੜ੍ਹੀ ਕ੍ਰਿਕਟ ਦੀ ਤਿਆਰ ਕਰ, ਯੰਗ ਮਾਈਂਡਸ ਦੇ ਵਿੱਚ ਕੋਈ ਐਗਜ਼ੂਬਰੈਂਸ ਭਰ। ਇਹ ਵੀ ਤਾਂ ਸਜ਼ਾ ਹੀ ਹੈ ਨਾ, ਇੱਕ ਸਜ਼ਾ। ਇਹ ਤਾਂ ਨਹੀਂ ਕਿ ਕਿਸੇ ਦਾ ਜੀਵਨ ਖੋਣਾ। ਆਪਾਂ ਕੀ ਕਹਿੰਦੇ, ਸੁਧਾਰ ਘਰ ਆ। ਸੁਧਾਰ ਘਰ ਸਿਰਫ ਕੰਧਾਂ 'ਚ ਨੇ। ਹਾਲੈਂਡ ਮੁਲਕ ਆ, ਹੋਰ ਯੂਰਪੀਅਨ ਮੁਲਕ ਨੇ ਜਿੱਥੇ ਜੇਲ੍ਹਾਂ ਖਤਮ ਹੋ ਰਹੀਆਂ ਨੇ। ਜੇਲ੍ਹਾਂ ਢਾਹ ਕੇ ਉਹਨਾਂ ਥਾਂ ਤੇ ਕੋਈ ਵਧੀਆ ਸੈਂਟਰਸ ਹੋਰ ਬਣ ਰਹੇ ਨੇ। ਜੇਲ੍ਹਾਂ ਦੀ ਥਾਂ ਤੇ ਦੇ ਆਰ ਇੱਕ ਦੁਨੀਆ 'ਚ ਬਹੁਤ ਵੱਡੀ ਇਹ ਥਾਟ ਪ੍ਰੋਸੈਸ ਚੱਲ ਰਿਹਾ ਪਿਛਲੇ 1000 ਸਾਲ ਤੋਂ, ਕਿ ਕੀ ਇੱਕ ਜਿਹੜਾ ਮਡੀਵੀਅਲ ਟਾਈਮ ਦਾ ਕੈਦ ਕਰਨ ਦਾ ਜਿਹੜਾ ਤਰੀਕਾ, ਕਿ ਐਂ ਹੀ ਆਪਾਂ ਸਮਾਜ ਵਿੱਚ ਤਬਦੀਲੀ ਲਿਆ ਸਕਦੇ ਹਾਂ ਜਾਂ ਨਹੀਂ ਲਿਆ ਸਕਦੇ। ਇਸ ਬਾਰੇ ਬਹੁਤ ਵੱਡੀ ਡਿਬੇਟਸ ਚੱਲ ਰਹੀਆਂ ਨੇ।
ਮੇਰਾ ਖਿਆਲ ਜਿਹੜਾ ਗਾਂਧੀ ਨੂੰ ਆਪਣਾ ਪਿਤਾ ਮੰਨਦਾ ਹੋਏ, ਫਾਦਰ ਆਫ ਦਾ ਨੇਸ਼ਨ ਮੁਲਕ, ਉਹਨਾਂ ਨੂੰ ਇਸ ਪੀਨਲ ਕੋਡ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਹੈਜ਼ ਦੇਰ ਐਨੀ ਅਦਰ ਵੇ, ਜਿੱਥੇ ਕਿ ਮਾਈਨਰ ਅਫੈਂਸਿਸ ਨੇ ਜਿਵੇਂ ਨਵਜੋਤ ਸਿੰਘ ਸਿੱਧੂ ਵਾਲੇ ਆ, ਇਹਦੇ ਪੋਟੈਂਸ਼ੀਅਲ ਨੂੰ ਕੰਸਟਰਕਟਿਵ ਵੇ ਨਾਲ ਯੂਜ਼ ਕਰਨਾ ਚਾਹੀਦਾ ਸੀ ਰੈਦਰ ਦੈਨ ਸ਼ਟਿੰਗ ਹਿਮ ਅਪ। ਜੀ ਅਗਲੀ ਗੱਲ ਕਰ ਰਹੀ ਹੈ ਜੀ ਗਿਆਨ ਵਾਪੀ ਮਸਜਿਦ ਦੀ। ਬੜਾ ਰੌਲਾ ਰੱਪਾ ਪਿਆ, ਕਾਫੀ ਕੁਛ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ। ਹੁਣ ਜਿਹੜੀਆਂ ਮੀਡੀਆ ਨੇ ਫੋਟੋਆਂ ਰਿਲੀਜ਼ ਕਰਤੀਆਂ ਸੀ, ਖਾਸ ਕਰਕੇ ਉਹ ਭਾਈਚਾਰੇ ਦੇ ਪੱਖ ਦੀਆਂ, ਜਿਹੜਾ ਇਹ ਗੱਲ ਕਹਿੰਦਾ ਸੀਗਾ ਜੀ ਕਿ ਇਹ ਤਾਂ ਸ਼ਿਵਲਿੰਗ ਹੈ, ਇੱਥੋਂ ਨਿਕਲਿਆ। ਉਹ ਤਸਵੀਰਾਂ ਜਿਹੜੀਆਂ ਉਹ ਪਤਾ ਲੱਗਿਆ ਕਿ ਕਿਸੇ ਹੋਰ ਮੁਲਕ ਦੀਆਂ। ਫੈਕਟ ਚੈੱਕ ਟੀਮ ਹੈ ਜਿਹੜੀ ਵਾਸਕਰ ਦੀ, ਉਸਨੇ ਉਹ ਚੀਜ਼ਾਂ ਖੁੱਲ ਕੇ ਸਾਹਮਣੇ ਲਿਆਂਦੀਆਂ। ਪਰ ਸਵਾਲ ਇਹ ਹੈ ਕਿ ਇਹੋ ਜਿਹੀਆਂ ਗੱਲਾਂ ਨੂੰ ਪ੍ਰਚਾਰਿਆ ਘੱਟ ਜਾਂਦਾ, ਜਿਹੜੀਆਂ ਨੈਗੇਟਿਵ ਗੱਲਾਂ ਨੇ ਉਹ ਜ਼ਿਆਦਾ ਸਾਹਮਣੇ ਆ ਰਹੀਆਂ। ਕਿਉਂਕਿ ਹੈ ਨਾ ਵੀ ਜਿਹੜੀ ਇੰਡੀਅਨ ਡੈਮੋਕ੍ਰੇਸੀ ਹੈ ਨਾ, ਹੁਣ ਇਟਸ ਬੀਇੰਗ ਰਨ ਔਨ ਅ ਰਾਈਟ ਵਿੰਗ ਅਲਟਰਾ ਕੰਜ਼ਰਵੇਟਿਵ ਕਾਰਪੋਰੇਟ ਮੈਨਰ ਜੀ। ਉਹ ਜਿਹੜਾ ਕਾਰਪੋਰੇਟ ਕਲਚਰ ਜਿਸ ਤਰ੍ਹਾਂ ਦਾ SGPC ਵਿੱਚ ਇਹਨਾਂ ਨੇ ਆਰਗੇਨਾਈਜ਼ਡ ਕਲਚਰ ਲਿਆਂਦਾ, ਤਾਂ ਕਿ ਪਲਾਏਬਲ ਵੋਟਰਸ ਦਾ ਬੇਸ ਇਹ ਰੱਖਣਾ ਚਾਹੁੰਦੇ ਨੇ। ਉਹਨਾਂ ਨੂੰ ਇਸ਼ੂ ਬੇਸਡ ਡੈਮੋਕ੍ਰੇਸੀ ਨਹੀਂ ਦੇਣਾ ਚਾਹੁੰਦੇ ਇਹ। ਉਹਨੂੰ ਇਹ ਹਮੇਸ਼ਾ ਇੱਕ ਅਪਰਾਈਜ਼ਿੰਗ ਦੇ ਮੋਡ ਵਿੱਚ ਰੱਖਣਾ ਚਾਹੁੰਦੇ ਨੇ। ਪੀਪਲਸ ਦਾ ਜਿਹੜਾ ਮਾਈਂਡ ਸੈਟ ਆ, ਉਹਦੇ 'ਚ ਇਹਨਾਂ ਨੇ ਭੜਕਾਊ, ਜਿਹੜਾ ਤੁਸੀਂ ਬਾਸਕਰ ਦੀ ਲਈ ਆ, ਉਹਨਾਂ ਨੇ ਬੜੇ ਸੰਜੀਦਗੀ ਨਾਲ ਇਸ ਤੇ ਖੋਖ ਕਰਕੇ ਦੱਸਿਆ ਕਿ ਜਿਹੜਾ ਸ਼ਿਵਲਿੰਗ ਦੀਆਂ ਫੋਟੋਆਂ ਦਿਖਾ ਰਹੇ ਨੇ, ਇਹ ਵੀਅਤਨਾਮ ਵਿੱਚ ਕਦੀ ਐਕਸਕਾਵੇਸ਼ਨ ਹੋਈ ਸੀ ਕਈ ਸਾਲ ਪਹਿਲੇ, ਉੱਥੇ ਹਿੰਦੂ ਟੈਂਪਲਸ ਦੀ ਰਿਮੇਨ ਵਿੱਚੋਂ ਚੀਜ਼ ਨਿਕਲੀ ਸੀ। ਉਹ ਫੋਟੋ ਵੀ ਉਹਨਾਂ ਨੇ ਦੱਸੀ। ਇਸੇ ਤਰ੍ਹਾਂ ਵਾਇਰ ਜਿਹੜਾ ਨੈਟਵਰਕ ਆ, ਉਹਨਾਂ ਦੀ ਜਿਹੜੀ ਕੋਰਸਪੋਂਡ ਆ ਇਰਫਾਨ ਖਾਨਮ, ਉਹਨੇ ਉਸ ਮਹੰਤ ਨਾਲ ਇੰਟਰਵਿਊ ਕੀਤੀ ਹੈਗੀ ਆ, ਜਿਹੜੇ ਕਿ ਜੱਦੀ ਮਹੰਤ ਨੇ ਵਿਸ਼ਵਨਾਥ ਕਾਸ਼ੀ ਟੈਂਪਲ ਦੇ, ਜਿਸ ਦਾ ਮੰਦਰ ਢਾਹ ਕੇ ਜਿੱਥੇ ਗਿਆਨ ਵਿਆਪੀ ਮਸਜਿਦ ਬਣੀ ਸੀ। ਜਿਹੜੀ ਮਸਜਿਦ ਬਣੀ ਆ, ਜਿਹੜਾ ਮੰਦਰ ਢਾਇਆ ਸੀ, ਉਹ ਮਹਾਰਾਜਾ ਜੈ ਸਿੰਘ ਨੇ ਢਾਇਆ ਸੀ, ਜਿਹੜਾ ਉਸ ਟਾਈਮ ਦਾ ਬਨਾਰਸ ਦਾ ਰਾਜਾ ਸੀ ਔਰੰਗਜ਼ੇਬ ਦੇ ਕਹਿਣ ਤੇ। ਉਸ ਤੋਂ ਪਹਿਲੇ ਜਿਹੜਾ ਮੰਦਰ ਬਣਿਆ ਹੋਇਆ ਸੀ ਉਹ ਅਕਬਰ ਨੇ ਬਣਵਾਇਆ ਸੀਗਾ। ਮਹਾਰਾਜਾ ਤੋਮਰ ਸਿੰਘ ਦੀ ਜ਼ਮੀਨ ਸੀ, ਜਿਹੜਾ ਰਾਜਸਥਾਨ ਦਾ ਮਹਾਰਾਜਾ ਸੀ। ਜਿਹੜੀਆਂ ਵਸਤੂਆਂ ਦੀ ਇਹ ਜ਼ਿਕਰ ਕਰਦੇ, ਉਸ ਮਹੰਤ ਨੇ ਕਿਹਾ ਇਹ ਸਾਰਾ ਝੂਠ ਬੋਲਿਆ ਜਾ ਰਿਹਾ। ਇੱਥੇ ਮੈਂ ਤੁਹਾਨੂੰ ਉਹ ਕਹਿੰਦਾ ਵੀ 100ਵਾਂ ਆਬਾਦੀ ਮੰਦਰ ਨੇ ਬਨਾਰਸ ਵਿੱਚ ਜਿਹੜੇ ਢਾਹ ਕੇ ਉਹਨਾਂ ਨੂੰ ਕਾਰਪੋਰੇਟ ਕਲਚਰ ਵਿੱਚ ਕਨਵਰਟ ਕਰ ਦਿੱਤਾ ਗਿਆ। ਉੱਥੇ ਹੋਟਲ ਬਣ ਚੁੱਕੇ ਨੇ, ਬਹੁਤ ਕੁਛ ਇੱਦਾਂ ਦਾ ਇੱਥੇ ਧਰਮ ਦੇ ਨਾਂ ਤੇ ਹੋਇਆ ਹੈਗਾ। ਇਹ ਸਰਕਾਰ ਕੋਲੇ ਕੋਈ ਪੋਲੀਟੀਕਲ ਨੈਰੇਟਿਵ ਹੈ ਨਹੀਂ ਗਾ। ਉਹ ਇਸ ਲਈ ਲੋਕਾਂ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਕਰ ਰਹੇ ਆ, ਜਿਹੜੀਆਂ ਕਿ ਸੋਸ਼ਲ ਫੈਬਰਿਕ ਨੂੰ, ਜਿਵੇਂ ਮੈਂ ਸੁਨੀਲ ਜਾਖੜ ਵੇਲੇ ਗੱਲ ਕੀਤੀ ਸੀ, ਸੋਸ਼ਲ ਫੈਬਰਿਕ ਨੂੰ ਇੰਡੀਆ ਦੇ ਭੰਨ ਦੇਣਗੇ ਇਹ। ਉਹ ਕਹਿੰਦੇ ਹੁੰਦੇ ਨਾ ਵੀ ਨਦਾਨ ਇਤਨਾ ਨਾ ਸਮਝ ਨਾ ਬਣ ਕਿਆਮਤ ਆਣੇ ਵਾਲੀ ਹੈ। ਪਰ ਦੁੱਖ ਦੀ ਗੱਲ ਸੁਖਨੈਬ ਇਹ ਆ, ਦੁੱਖ ਕਹਿ ਲਓ ਚਾਹੇ ਅਫਸੋਸ ਹੈ, ਆਈ ਐਮ ਸੈਡਨਡ ਬਾਈ ਦਾ ਐਟੀਟਿਊਡ ਆਫ ਦਾ ਸਿੱਖ ਲੀਡਰਸ਼ਿਪ। ਉਹ ਜਦੋਂ ਇੱਦਾਂ ਦੇ ਨਾਜ਼ੁਕ ਇਸ਼ੂਜ਼ ਨੇ, ਇੱਥੋਂ ਇਹ ਵੀ ਆਵਾਜ਼ਾਂ ਉੱਠਣ ਲੱਗ ਜਾਣੀਆਂ ਕਿ ਜਿਹੜਾ ਹਰਮੰਦਰ ਸਾਹਿਬ ਆ, ਉਹ ਵੀ ਕਿਸੇ ਟਾਈਮ ਤੇ ਸਾਡਾ ਹੀ ਮੰਦਰ ਸੀਗਾ। ਪਰ ਗਿੱਲ ਸਾਹਿਬ ਇੱਕ ਚੀਜ਼ ਹੋਰ ਇੱਥੇ ਨਾ, ਮੈਨੂੰ ਲਾਸਟ ਈਅਰ ਕਿਸੇ ਨੇ ਦੱਸਿਆ ਵੀ, ਤੇ ਉਸ ਤੋਂ ਬਾਅਦ ਮੈਂ ਜਾ ਕੇ ਵੀ ਆਇਆ। ਦਰਬਾਰ ਸਾਹਿਬ ਦੇ ਨਾਲ ਜਿਹੜਾ ਮਾਰਬਲ ਲੱਗਿਆ ਹੋਇਆ ਨਾ ਸਾਈਡਾਂ ਤੇ, ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਮੇਨ ਕੰਪਲੈਕਸ ਹੈ, ਉਹਦੇ ਨਾਲ ਕੁਛ ਇਹੋ ਜਿਹੀਆਂ ਜਿਹੜੇ ਮੀਨਾਕਾਰੀ ਕਰਕੇ ਪੱਥਰਾਂ ਦੇ ਵਿੱਚ ਤਸਵੀਰਾਂ ਨੇ, ਜਿਹਦੇ 'ਚ ਕਰਮੰਡਲ ਦੇ ਉੱਤੇ ਹੱਥ ਰੱਖ ਕੇ ਬੈਠਾ ਕੋਈ ਸੰਤ ਹੈ। ਉੱਥੇ ਕੁਛ ਹੋਰ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਇਹ ਡਿਫਾਈਨ ਕਰਦੀਆਂ ਕਿ ਇਹ ਭਾਈ ਜਿਹੜੇ ਲਵਾਉਣ ਵਾਲੇ ਸੀ ਪੱਥਰ ਜਾਂ ਲਾਉਣ ਵਾਲੇ ਸੀ, ਉਹਨਾਂ ਦਾ ਹਿੰਦੂ ਧਰਮ ਦੇ ਵਿੱਚ ਵਿਸ਼ਵਾਸ ਸੀ। ਸੋ ਮੈਨੂੰ ਲੱਗਦਾ ਹੈ, ਕਿਉਂਕਿ ਜਿਹੜੇ ਸੱਜਣ ਨੇ ਮੈਨੂੰ ਗੱਲ ਦੱਸੀ ਸੀ, ਮੈਂ ਉੱਥੇ ਬਕਾਇਦਾ ਜਾ ਕੇ ਦੇਖ ਕੇ ਵੀ ਆ, ਫੋਟੋ ਵੀ ਖਿੱਚ ਕੇ ਲਿਆ, ਵੀ ਉਹ ਇੱਕ ਨਵਾਂ ਕਲੇਸ਼ ਹੈ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਸਾਡੀ ਕੌਮ ਦੇ ਮੂਹਰੇ ਵੀ ਰੱਖਣ ਦੀ ਤਿਆਰੀ ਹੈ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ। ਆਪਣੇ ਲਈ ਦਰਬਾਰ ਸਾਹਿਬ ਹੈ ਨਾ, ਪਰ ਪ੍ਰਚਾਰਿਆਂ ਨੂੰ ਹਰਮੰਦਰ ਜਾਂਦਾ। ਬਿਲਕੁਲ ਸਹੀ। ਇਹਦੇ ਪਿੱਛੇ ਵੀ ਡੂੰਘੇ ਮੀਨਿੰਗਸ ਨੇ। ਜਿਹੜੀ ਮੈਂ ਪਹਿਲੇ SGPC ਦੀ ਗੱਲ ਉਠਾਈ, ਮੈਂ ਤੁਹਾਡੇ ਸਵਾਲ ਤੇ ਫੇਰ ਆਉਣਾ। 2008 ਵਿੱਚ ਗੁਲਾਮ ਮੁਹੰਮਦ ਚਾਂਦ ਇੱਕ ਪਾਕਿਸਤਾਨ ਤੋਂ ਬਹੁਤ ਵੱਡੇ ਰਾਗੀ ਆਏ ਸੀ, ਮੁਸਲਮਾਨ ਸੀ, ਪਰ ਕਾਫੀ ਨਾਮੀ ਸੰਗੀਤਕਾਰ ਸੀ। ਉਹ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਉਹ ਭਾਈ ਮਰਦਾਨਾ ਦੇ ਖਾਨਦਾਨ 'ਚੋਂ ਸੀ, ਜਿਹੜੇ ਪਹਿਲਾ ਸਿੱਖ ਸ਼ਰਧਾਲੂ ਸੀ ਗੁਰੂ ਨਾਨਕ ਦੇਵ ਜੀ ਦਾ। ਪਰ ਇਹਨਾਂ ਦੀ ਜਿਹੜੇ ਆਹ ਚਿਰਾਗ ਬਾਲਣ ਦੀਆਂ ਗੱਲਾਂ ਕਰ ਰਹੇ, ਜਿਨ੍ਹਾਂ ਕੋਲ ਤੇਲ ਹੈ ਨਹੀਂ ਗਾ, ਜਿਨ੍ਹਾਂ ਦੇ ਦੀਵਿਆਂ 'ਚ,
ਉਹਨਾਂ ਨੇ ਇਹਨਾਂ ਨੂੰ ਕੀਰਤਨ ਕਰਨ ਤੋਂ ਮਨਾ ਕਰਤਾ ਸੀ। ਹੂੰ ਜਿਹੜਾ ਪ੍ਰੈਜ਼ੈਂਟ ਦਰਬਾਰ ਸਾਹਿਬ ਆ ਨਾ, ਇਹ ਜਦੋਂ ਅਹਿਮਦ ਸ਼ਾਹ ਦਰਾਨੀ ਨੇ ਢਾਤਾ ਸੀ, ਉਹਦਾ ਕਬਜ਼ਾ ਆ ਕੇ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਜਾ ਕੇ ਕਬਜ਼ਾ ਦਵਾਇਆ, ਵਾਪਸ ਆ ਕੇ ਉਹਨੂੰ ਉੱਥੋਂ ਭਜਾਇਆ ਸੀ। ਤਾਂ ਉਹਨਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਡਿਊਟੀ ਲੱਗ ਗਈ ਸੀ ਕਿ ਹੁਣ ਤੁਸੀਂ ਦਰਬਾਰ ਸਾਹਿਬ ਦੁਆਰਾ ਸਾਰੋ। ਜਿਹੜਾ ਪ੍ਰੈਜ਼ੈਂਟ ਦਰਬਾਰ ਸਾਹਿਬ ਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਭਾਈ ਦੇਸ ਰਾਜ ਸੀਗੇ ਸੁਰਤ ਸਿੰਘ ਵਾਲਾ ਪਿੰਡ ਦੇ, ਉਹ ਮਨੀ ਲੈਂਡਰ ਸੀ, ਆੜਤੀਆ ਸੀ। ਉਹਨਾਂ ਨੇ ਉਹਨਾਂ ਦੀ ਡਿਊਟੀ ਲਾਈ ਭਾਈ ਦੇਸ ਰਾਜ ਦੀ ਵੀ ਤੁਸੀਂ ਇਹ ਕੰਸਟਰਕਸ਼ਨ ਦੀ ਸੇਵਾ ਨਿਭਾਓ ਜੀ। ਜੇ ਅੱਜ ਦੇ ਸੰਦਰਭ ਵਿੱਚ ਜਿਵੇਂ ਇਹਨਾਂ ਨੇ ਕਾਰਪੋਰੇਟ ਕਲਚਰ, ਜਿਵੇਂ ਬੀਜੇਪੀ ਨੇ ਬਿਲਡ ਕੀਤਾ ਇੰਡੀਆ ਦੀ ਡੈਮੋਕ੍ਰੇਸੀ ਦਾ, ਉਸੇ ਤਰ੍ਹਾਂ ਹੀ ਇਹਨਾਂ ਨੇ ਸਿੱਖ ਰਿਲੀਜੀਅਨ ਨੂੰ ਕਾਰਪੋਰੇਟ ਲੀਹਾਂ ਤੇ ਲਿਆਂਦਾ। ਇਹਨਾਂ ਦੀਆਂ ਟਰਮਸ ਮੁਤਾਬਕ ਜਿਹੜੇ 9 ਮਿਲੀਅਨ ਸਿੱਖਾਂ ਨੂੰ ਇਹ ਸਿੱਖ ਨਹੀਂ ਮੰਨਦੇ, ਉਹਨਾਂ ਵਿੱਚ ਇੱਕ ਭਾਈ ਦੇਸ ਰਾਜ ਵੀ ਹੋਊਗਾ। ਸਹੀ ਗੱਲ। ਕਿਉਂਕਿ ਅੰਮ੍ਰਿਤ ਤੇ ਕੱਚ ਕਿਰਪਾਨਾਂ 'ਚ ਨਹੀਂ ਸੀ ਯਕੀਨ ਰੱਖਦਾ। ਇੱਥੇ ਇਹ ਹੋ ਗਿਆ ਕਿ ਇਹ ਧਰਮ ਨੂੰ ਇਸ ਤਰ੍ਹਾਂ ਡਿਫਾਈਨ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਰਿਚੁਅਲਿਸਟਿਕ ਟਰਮਸ ਦੇਣੀਆਂ ਚਾਹੁੰਦੇ ਨੇ, ਵੈਲਿਊਸ ਇਹਨਾਂ ਨੇ ਸਿੱਖਾਂ ਦੀਆਂ ਖੋਲੀਆਂ। ਇਸੇ ਤਰ੍ਹਾਂ ਹੀ ਹਿੰਦੂ ਧਰਮ ਦੀ ਜਿਹੜੀ ਪਰੰਪਰਾ ਸੀਗੀ, ਉਸ ਨੂੰ ਸਿਰਫ ਇਹ ਇੱਕੋ ਐਂਗਲ RSS ਦੇ ਹਿੰਦੂ ਰਾਸ਼ਟਰ ਦੇ ਐਂਗਲ ਨਾਲ ਦੇਖ ਰਹੇ ਆ। ਇੱਦਾਂ ਦੀ ਬਹੁਤ ਗਿਣਤੀ ਨਹੀਂ ਸੋਚਦੀ, ਪਰ ਜਿਹੜੇ ਫ੍ਰਿੰਜ ਐਲੀਮੈਂਟਸ ਨੇ ਉਹਨਾਂ ਦਾ ਪਰਛਾਵਾਂ ਡੂੰਘਾ ਹੈਗਾ। ਸਿੱਖ ਇੱਕ ਲਿਬਰਲ ਥਾਟ ਆ, ਇੰਡੀਆ ਇੱਕ ਲਿਬਰਲ ਥਾਟ ਹੈਗੀ ਆ, ਸੈਕੂਲਰ ਡੈਮੋਕ੍ਰੇਸੀ ਆ। ਇਹਨੂੰ ਆਪਾਂ ਅਲਟਰਾ ਕੰਜ਼ਰਵੇਟਿਵ ਰੰਗ ਨਾ ਦਈਏ, ਨਾ ਹੀ ਇਦਾਂ ਦਾ ਰੰਗ ਸਿੱਖੀਜ਼ਮ ਵਿੱਚ ਆਉਣਾ ਚਾਹੀਦਾ। ਬਿਲਕੁਲ। ਤੇ ਇੱਕ ਹੋਰ ਗੱਲ ਹੈ ਜੀ, ਰਈਆ ਦੇ ਕੋਲ ਦੀ ਹੈ ਕਿ ਸਾਧਾਂ ਨੇ ਡੇਰੇ ਨੂੰ ਜਿਹੜਾ ਜਾਂਦਾ ਰਾਹ ਸੀ ਉਹਦੇ ਤੇ ਕਬਜ਼ਾ ਕਰ ਲਿਆ। ਅਕਸਰ ਹੀ ਹੁੰਦਾ, ਬਹੁਤਿਆਂ ਥਾਵਾਂ ਦੇ ਉੱਤੇ ਹੁੰਦਾ, ਲੋਕ ਬੋਲਦੇ ਨਹੀਂ। ਤੇ ਇੱਥੋਂ ਵਾਲੀ ਕੀ ਘਟਨਾ ਜੀ? ਰਈਏ ਪਿੰਡ ਤੇ ਨਾਲ ਨਾ ਇੱਕ ਪਿੰਡ ਆ ਛੋਟਾ ਜਿਹਾ, ਉਹਨਾਂ ਦਾ ਜਿਹੜਾ ਪਿੰਡ ਵਾਲਿਆਂ ਨੇ ਕਈ ਜ਼ਮੀਨਾਂ ਜਿਹੜੀਆਂ ਨੇ, ਉੱਥੇ ਇੱਕ ਡੇਰਾ, ਉਹ ਡੇਰੇ ਤੋਂ ਨਾਲ ਲੱਗਦੀਆਂ ਨੇ ਜੀ। ਉੱਥੇ 72 ਫੁੱਟ ਚੌੜਾ ਰਾਹ ਬਣਿਆ ਹੋਇਆ ਪਿੰਡ ਦਾ। ਥੋੜੇ ਦਿਨ ਪਹਿਲਾਂ ਰਾਤੋਂ ਰਾਤ ਹੀ ਉਸ ਡੇਰੇ ਨੇ ਪਹਿਲਾਂ ਵੀ ਮਤਲਬ ਕਿ ਕਾਫੀ ਜ਼ਮੀਨ ਮਤਲਬ ਕਿ ਨਜਾਇਜ਼ ਕਬਜ਼ਾ ਕੀਤਾ ਹੋਇਆ ਪਿੰਡ ਦੀ ਪੰਚਾਇਤ ਦੀ ਜ਼ਮੀਨ ਤੇ। ਪਰ ਇੱਥੇ ਡੇਰਿਆਂ ਦਾ ਬੋਲਬਾਲਾ ਪੰਜਾਬ ਦੀ ਸਿਆਸਤ ਵਿੱਚ, ਉਸ ਚੀਜ਼ ਕਰਕੇ ਉਹਨਾਂ ਨੂੰ ਕੋਈ ਕਹਿ ਨਹੀਂ ਸਕਦਾ, ਨਾ ਉਹਨਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਾ ਸਕਦੇ। ਉਹਨਾਂ ਨੇ ਇਨਫੈਕਟ ਹੋਰ ਕਬਜ਼ਾ ਵਧਾਉਣ ਲਈ ਉੱਥੇ ਰਾਤੋਂ ਰਾਤ ਗੇਟ ਲਾਤਾ ਤਾਂ ਕਿ ਲੋਕੀ ਆਪਣੇ ਖੇਤਾਂ ਤੱਕ ਨਾ ਜਾ ਸਕਣ, ਤੇ ਆਟੋਮੈਟਿਕਲੀ ਇਹ ਜ਼ਮੀਨ ਸਾਡੇ ਹੱਥ 'ਚ ਆ ਜਾਊ। ਉੱਥੇ ਕਿਸਾਨ ਯੂਨੀਅਨ ਵਾਲਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਆ ਕੇ ਉੱਥੇ ਕਿਸਾਨ ਮਜ਼ਦੂਰ ਏਕਤਾ ਕਮੇਟੀ ਨੇ ਆ ਕੇ ਉੱਥੇ ਧਰਨਾ ਲਾਇਆ, ਗੇਟ ਤੋੜਿਆ, ਭੰਨਤਾ ਗੇਟ। ਫਿਰ ਐਡਮਿਨਿਸਟ੍ਰੇਸ਼ਨ ਆਈ, ਫਿਰ ਡੇਰੇ ਨੂੰ ਮੰਨਣਾ ਪਿਆ ਵੀ ਅਸੀਂ ਅੱਗੇ ਤੋਂ ਰਾਹ ਨਹੀਂ ਰੋਕਾਂਗੇ। ਉਦੋਂ ਇਹ ਇਸ਼ੂ ਸਾਹਮਣੇ ਆਇਆ ਕਿ ਡੇਰੇ ਨੇ ਕਿੰਨੀ ਜ਼ਮੀਨ ਨਜਾਇਜ਼ ਕਬਜ਼ੇ ਵਿੱਚ ਰੱਖੀ ਹੋਈ ਹੈ, ਜਿਹੜੀ ਕਿ ਛਡਾਉਣ ਲਈ ਪੰਚਾਇਤ ਰਾਜ ਪੰਜਾਬ ਨੂੰ ਦਿਖ ਨਹੀਂ ਰਹੀ। ਇਹਨਾਂ ਨੂੰ ਉਹ ਜ਼ਮੀਨਾਂ ਕਬਜ਼ਿਆਂ ਦੀਆਂ ਦਿਖ ਰਹੀਆਂ ਨੇ ਜਿੱਥੇ ਲੋਕੀ ਵਿਚਾਰੇ 1904 ਤੋਂ ਵੀ ਪਹਿਲੇ ਦੇ ਉੱਥੇ ਕਾਸ਼ਤ ਕਰ ਰਹੇ ਨੇ, ਆਪਣੀ ਰੋਜੀ ਰੋਟੀ ਕਰ ਰਹੇ ਨੇ। ਇਹ ਗੱਲ ਫਤਿਹਗੜ੍ਹ ਸਾਹਿਬ ਨੇੜੇ ਸਜਲੇੜੀ ਕਲਾਂ ਪਿੰਡ ਦੀ ਵੀ ਗੱਲ ਆਈ ਹੈ, ਜਿੱਥੋਂ 417 ਏਕੜ ਜ਼ਮੀਨ ਹੈ, ਕਹਿੰਦੇ ਅਸੀਂ ਨਜਾਇਜ਼ ਕਬਜ਼ਾ ਨਹੀਂ ਛਡਾਇਆ। ਇਹ ਨਜਾਇਜ਼ ਕਬਜ਼ਾ ਨਹੀਂ ਛਡਾਇਆ, ਇਹ ਲੋਕਾਂ ਦੀ ਰੋਜੀ ਰੋਟੀ ਤੋਂ ਲੋਕਾਂ ਨੂੰ ਵਾਂਝੇ ਕੀਤਾ ਤਾਂ ਕਿ ਇਹ ਆਪਣੇ ਆਟਾ ਦਾਲ ਸਕੀਮਾਂ ਰਾਹੀਂ ਲੋਕਾਂ ਦੀਆਂ ਵੋਟਾਂ ਖਰੀਦ ਸਕਣ। ਜੇ ਇਹ ਗੱਲ ਹੈ ਕਿ ਪਹਿਲਾਂ ਭਾਈ ਬਲਦੇਵ ਸਿੰਘ ਸਰਸਾ ਹੋਰਾਂ ਨੇ ਬਹੁਤ ਵਾਰ ਡੇਰਾ ਬਿਆਸ ਦੀ ਗੱਲ ਉਠਾਈ ਕਿ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਗ੍ਰੈਬ ਕੀਤੀਆਂ। ਨਾਲ ਹੀ ਤੁਹਾਡੇ ਤਾਂ ਚੇਤੇ ਹੋਊਗੀ ਉਹ ਗੱਲ ਕਿ ਜਦੋਂ ਇੱਕ ਹੋਰ ਪਿੰਡ ਦਾ ਰੌਲਾ ਪਿਆ ਸੀਗਾ, ਉਦੋਂ ਦਾਦੂਵਾਲ ਨੇ ਜਾ ਕੇ ਉੱਥੇ ਧਰਨਾ ਲਾਇਆ ਸੀ। ਦੂਜੇ ਜਾਂ ਤੀਜੇ ਦਿਨ ਉਹੀ ਦਾਦੂਵਾਲ ਜਿਹੜਾ ਹੈਲੀਕਾਪਟਰ ਦੇ ਉੱਤੇ ਚੜ੍ਹ ਕੇ ਉੱਥੇ ਮੁਲਾਕਾਤ ਕਰਨ ਜਾਂਦਾ, ਤੇ ਥੋੜੇ ਦਿਨਾਂ ਬਾਅਦ ਦਾਦੂਵਾਲ ਦੇ ਵਿਆਹ ਦੇ ਉੱਤੇ ਡੇਰਾ ਰਾਧਾ ਸੁਆਮੀ ਜਿਹੜੇ ਸਰਾਏ ਨਾਗਾ ਆਉਂਦੇ ਆ। ਇਸ ਲਈ ਤਾਂ ਪਹਿਲੇ ਮੈਂ ਦਾਦੂਵਾਲ ਦੇ ਕਰੈਕਟਰ ਬਾਰੇ ਗੱਲ ਕੀਤੀ ਹੈ ਨਾ, ਕਿ ਜਿਹੜੇ ਇਹ ਸੰਘਰਸ਼ੀ ਯੋਧੇ ਆਪਣੇ ਆਪ ਨੂੰ ਕਹਿ ਰਹੇ ਨੇ, ਇਹਨਾਂ ਨੇ ਸਿਰਫ ਵਿਗਾੜ ਪਾਊ ਕਾਨਫਲਿਕਟ ਪੋਲਿਟਿਕਸ ਸਿੱਖਾਂ ਵਿੱਚ ਲੈ ਕੇ ਆਉਣੀ ਚਾਹੀਦੀ ਆ। ਮੈਂ ਕਾਨਫਲਿਕਟ ਪੋਲਿਟਿਕਸ ਦੇਖੀ ਆ, ਪਿੰਡੇ ਤੇ ਹੰਢਾਈ ਆ। ਇਹ ਸੋਲਿਊਸ਼ਨ ਓਰੀਐਂਟਡ ਅਪਰੋਚ ਨਹੀਂ ਹੈਗੀ। ਡੇਰਾ ਜਿਹੜਾ ਹੈਗਾ ਬਿਆਸ, ਇਹਦੇ ਤੇ ਹੁਣ ਵੀ ਜਦੋਂ ਆਹ ਗੇਟ ਦਾ ਰੌਲਾ ਪਿਆ ਸਾਧ ਵਾਲੇ ਦਾ, ਉਦੋਂ ਵੀ ਲੋਕਾਂ ਨੇ ਇਤਰਾਜ਼ ਜਤਾਇਆ ਵੀ ਡੇਰਾ ਜਿਹੜਾ ਰਾਧਾ ਸੁਆਮੀ ਆ, ਇਹ ਸਾਡੇ ਵਿੱਚ ਦਖਲਅੰਦਾਜ਼ੀ ਕਰਦੇ ਨੇ, ਸਾਡੇ ਜਿਹੜੇ ਰਹਿਣ ਸਹਿਣ ਵਿੱਚ, ਸਾਡੀਆਂ ਜ਼ਮੀਨਾਂ ਵਿੱਚ ਇਹਨਾਂ ਦਾ ਜਿਹੜਾ ਦਖਲ ਆ ਉਹ ਗਲਤ ਆ। ਜਿਹਦੇ ਬਾਰੇ ਡੇਰਾ ਜਦੋਂ ਰਾਧਾ ਸੁਆਮੀ ਦੇ ਸਪੋਕਸਮੈਨ ਨੂੰ ਪੁੱਛਿਆ ਗਿਆ, ਉਹਨੇ ਕੋਈ ਵੀ ਕਮੈਂਟ ਕਰਨ ਤੋਂ ਨਾ ਕਰ।
ਸੋ ਇਸ਼ਾਰੇ ਤਾਂ ਬੜੇ ਸਪਸ਼ਟ ਨੇ ਜੀ, ਕਲੀਅਰ ਹੈ। ਤੇ ਗਿੱਲ ਸਾਹਿਬ ਬਹੁਤ ਧੰਨਵਾਦ, ਤੁਸੀਂ ਜੁੜੇ ਹੋ ਤੇ ਅਗਲੇ ਹਫਤੇ ਅਸੀਂ ਫੇਰ ਜੁੜਾਂਗੇ। ਇਸੇ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਦੇ ਬਾਰੇ ਸੋਚਦੇ ਰਹੋ, ਕੁਛ ਨਾ ਕੁਛ ਚੰਗਾ ਜ਼ਰੂਰ ਹੋਊਗਾ। ਥੈਂਕ ਯੂ, ਸੋ ਨਾਈਸ ਸਰ। ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ। ਬੜੇ ਸਵਾਲ ਹੋਣਗੇ ਤੁਹਾਡੇ ਮਨ ਦੇ ਵਿੱਚ, ਨਾਲ ਦੀ ਨਾਲ ਲਿਖ ਦਿਆ ਕਰੋ। ਮੀਡੀਆ ਕੀ ਕਰਦਾ ਹੈ ਇਹ ਤੁਹਾਡੇ ਸਾਹਮਣੇ ਆ, ਅਸੀਂ ਆਪਦੀ ਜ਼ਿੰਮੇਵਾਰੀ ਨਿਭਾਉਣੇ ਆ। ਕਿਸੇ ਧਿਰ ਦੀ ਕਠਪੁਤਲੀ ਬਣ ਕੇ ਨਾ ਨੱਚਣਾ ਤੇ ਨਾ ਨੱਚਣ ਦਾ ਸ਼ੌਂਕ ਹੈ। ਇਸ ਕਰਕੇ ਸਿਰਫ ਤੇ ਸਿਰਫ ਉਨੀ ਗੱਲ ਕਰਾਂਗੇ ਜਿਹੜੀ ਪੰਜਾਬ ਦੇ ਭਲੇ ਦੇ ਵਾਸਤੇ ਹੈ, ਸਮਾਜ ਦੇ ਭਲੇ ਦੇ ਵਾਸਤੇ ਹੈ। ਤੇ ਸਾਡੇ ਨਾਲ ਜੁੜੇ ਰਹਿਣ ਦੇ ਵਾਸਤੇ ਤੁਸੀਂ ਸਾਡੇ ਪੇਜ ਸੁਖਨੈਬ ਸਿੰਘ ਸਿੱਧੂ ਇਹਨੂੰ ਕਲਿੱਕ ਕਰਕੇ ਫੋਲੋ ਕਰ ਸਕਦੇ ਹੋ, ਜਮਾਂ ਹੀ ਪੈਸੇ ਨਹੀਂ ਲੱਗਦੇ। ਸਾਡਾ ਚੈਨਲ ਹੈ PNO ਮੀਡੀਆ ਗਰੁੱਪ, ਉੱਥੇ ਵੀ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ, ਕਿਉਂਕਿ YouTube ਦੇ ਉੱਤੇ ਉਧਰ ਜਾਣਾ ਪੈਂਦਾ। ਨਾਲ ਨਾਲ ਵੈਬਸਾਈਟ ਪੰਜਾਬੀ ਨਿਊਜ਼ ਆਨਲਾਈਨ, ਉੱਥੇ ਤੁਸੀਂ ਜੁੜ ਸਕਦੇ ਹੋ। ਬਹੁਤ ਸਾਰੇ ਪੇਜ ਹੈ, ਜਿੱਥੇ ਵੀ ਸੁਖਨੈਬ ਸਿੰਘ ਸਿੱਧੂ ਲਿਖੋਗੇ ਕੁਛ ਨਾ ਕੁਛ ਤੁਹਾਨੂੰ ਲੱਭੂਗਾ। ਪਰ ਚੰਨ ਪ੍ਰਦੇਸੀ ਰੇਡੀਓ ਤੇ ਵੀ ਅਸੀਂ ਮੰਡੇ ਟੂ ਫਰਾਈਡੇ 3 ਘੰਟੇ ਤੁਹਾਡੇ ਨਾਲ ਸਾਂਝ ਪਾਉਣੇ, ਪਰ ਗੱਲ ਪੰਜਾਬ ਦੀ, ਸਮਾਜ ਦੀ ਕਰਦੇ। ਫਿਰ ਮਿਲਾਂਗੇ, ਰੱਬ ਰਾਖਾ, ਇਨਸਾਨੀਅਤ ਜਿੰਦਾਬਾਦ।